ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪ੍ਰਾਪਤ ਰੂਪ ਹੈ। ਵੱਡੇ ਸਤਿਗੁਰਾਂ ਦੀ ਜੋ ਪਾਵਨ ਪਵਿੱਤਰ ਬਾਣੀ ਨੂੰ ਮਹਾਰਾਜ ਜੀ ਨੇ ਇਕੱਤਰ ਕੀਤਾ, ਇਹਦੇ ਵਿੱਚ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਸਤਿਗੁਰੂ ਸਾਹਿਬ ਜੀ ਨੇ ਦਰਜ ਕੀਤੀ ਹੈ। ਸਤਿਗੁਰੂ ਜੀ ਦੇ ਪਾਸ ਆ ਕਰਕੇ ਭੱਟਾਂ ਨੇ ਪੰਜਾਂ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਵਡਿਆਈ ਉਸਤਤ ਉਚਾਰਨ ਕੀਤੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਵਡਿਆਈ ਤੋਂ ਬਾਅਦ ਦੂਸਰੇ ਪਾਤਸ਼ਾਹ ਮੁਕਤੀ ਦਾਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਕੀਰਤੀ ਦਾ ਨਿਰੂਪਣ ਕਰ ਰਹੇ ਨੇ। ਸਾਧ ਸੰਗਤ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਰਮ ਸਿੱਖ ਹੋਏ ਨੇ। ਗੁਰੂ ਅੰਗਦ ਦੇਵ ਸਾਹਿਬ ਜੀ, ਜਿਨ੍ਹਾਂ ਦਾ ਨਾਮ ਪਹਿਲਾ ਭਾਈ ਲਹਿਣਾ ਜੀ ਹੈ, ਸਤਿਗੁਰੂ ਵਰਗਾ ਕੋਈ ਸਿੱਖ ਨਹੀਂ ਹੋ ਸਕਦਾ। ਜੋ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣਾ ਹੁਕਮ ਆਗਿਆ ਕੀਤੀ, ਉਹਨੂੰ ਸਿਰ ਮੱਥੇ ਪ੍ਰਵਾਨ ਕਰਕੇ ਮੰਨਿਆ। ਗੁਰੂ ਬਣਨ ਤੋਂ ਬਾਅਦ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਸੁਭਾਏਮਾਨ ਹੁੰਦੇ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਉੱਠਦੇ, ਨਿਜ ਸਰੂਪ ਵਿੱਚ ਲੀਨ ਹੁੰਦੇ, ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ ਅਨੇਕਾਂ ਸੰਗਤਾਂ ਆਇਆ ਕਰਦੀਆਂ, ਜਿਹਦੇ ਉੱਪਰ ਵੀ ਸਤਿਗੁਰੂ ਦੀ ਪਾਵਨ ਪਵਿੱਤਰ ਦ੍ਰਿਸ਼ਟੀ ਪੈ ਜਾਂਦੀ, ਉਹ ਸਿੱਖ ਨਿਹਾਲ ਹੋ ਜਾਂਦਾ। ਤਾਂ ਜੇ ਕੋਈ ਕੋਹੜੀ ਹੋਇਆ ਕਰਦਾ, ਰੋਗੀ ਹੋਇਆ ਕਰਦਾ, ਉਹਦਾ ਦੁੱਖ ਦੂਰ ਹੁੰਦਾ। ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸਤਿਗੁਰੂ ਜੀ ਦੇ ਪਾਸ ਕੋਈ ਦੁਨਿਆਵੀ ਗੱਲ ਨਹੀਂ ਸੀ ਚੱਲਿਆ ਕਰਦੀ। ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਪਾਵਨ ਇਤਿਹਾਸ ਦੀ ਵਿਚਾਰ ਜਾਂ ਗੁਰਬਾਣੀ ਦੀ ਵਿਚਾਰ ਚੱਲਦੀ ਸੀ। ਕੋਈ ਐਸਾ ਸਿੱਖ ਜ਼ਰੂਰਤ ਨਹੀਂ ਸੀ ਰੱਖਦਾ ਜਿਹੜਾ ਦੁਨਿਆਵੀ ਕੋਈ ਸੰਸਾਰੀ ਗੱਲ ਕੋਈ ਕਰ ਸਕੇ। 6 ਕੋਹ ਦੀ ਦੂਰੀ 'ਤੇ ਮਾਇਆ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਤੋਂ ਸਾਧ ਸੰਗਤ ਦੂਰ ਰਿਹਾ ਕਰਦੀ। ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਜਗਤ ਤਾਰਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਾਵਨ ਵਡਿਆਈ ਭੱਟਾਂ ਨੇ ਸਵਈਆਂ ਦੇ ਵਿੱਚ, ਛੰਦਾਬੰਦੀ ਦੇ ਵਿੱਚ ਉਚਾਰਨ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਨਮੁਖ ਆਪ ਸਾਰੀ ਸੰਗਤ ਬੜੇ ਪ੍ਰੇਮ ਸਹਿਤ ਸਰਵਣ ਕਰੋ, ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਵਈਏ ਮਹੱਲੇ ਦੂਜੇ ਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੂਸਰੇ ਮਹੱਲੇ ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਸਵਈਏ ਕਹੇ ਜਾ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਪ੍ਰਮਾਤਮਾ ਅਦੁੱਤੀ ਹੈ, ਓੰਕਾਰ ਜੋ ਪ੍ਰਕਾਸ਼ ਸਰੂਪ ਹੈ, ਓੰਕਾਰ ਜਿਹੜਾ ਕਹਿਣ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਜੀਵਾਂ ਦੀ। ਸਤਿਗੁਰ ਪ੍ਰਸਾਦ ਜੋ ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰੂ ਦੀ ਕਿਰਪਾ ਸਦਕਾ ਉਹਦੀ ਪ੍ਰਾਪਤੀ ਹੁੰਦੀ ਹੈ। ਸੋਈ ਪੁਰਖ ਧਨ ਕਰਤਾ, ਕਾਰਨ ਕਰਤਾਰ ਕਰਨ ਸਮਰੱਥੋ। ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਇਹ ਸਵਈਏ ਭੱਟ ਕਲ ਸਹਾਰ ਨਾਮੀ ਭੱਟ ਜੀ ਕਹਿ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਜੋ ਹਨ, ਧਨ ਧਨਤਾ ਦੇ ਯੋਗ ਹਨ। ਕਰਤਾ ਪੁਰਖ ਜੀ ਕਿਉਂ ਧਨਤਾ ਦੇ ਯੋਗ ਹਨ? ਕਾਰਨ ਕਰਨ ਕਰਤਾਰ ਸਮਰੱਥੋ। ਅਰਥ ਕਰਨ ਦੇ ਵਿੱਚ ਇਸ ਤਰ੍ਹਾਂ ਪੜ੍ਹਿਆ ਜਾਏਗਾ, ਵੈਸੇ ਇਹ ਪੰਕਤੀ ਹੈ, ਕਾਰਨ ਕਰਤਾਰ ਕਰਨ ਸਮਰੱਥੋ। ਜੋ ਵਾਹਿਗੁਰੂ ਸਾਹਿਬ ਜੀ ਕਾਰਨਾਂ ਨੂੰ ਕਰਨ ਦੇ ਵਿੱਚ ਸਾਰੇ ਜਗਤ ਦੇ ਕਾਰਨ ਰੂਪ ਹਨ। ਜੋ ਜਗਤ ਤੇ ਕਾਰਜ ਹੈ ਪ੍ਰਭੂ ਦਾ, ਇਹਦਾ ਕਾਰਨ ਸਰੂਪ ਜੋ ਹੈ ਨਾ, ਕਾਰਨ ਪ੍ਰਮਾਤਮਾ ਹੀ ਹੈ। ਅਤੇ ਜਿਸ ਵਾਹਿਗੁਰੂ ਦੇ ਹੱਥ ਵਿੱਚ ਕਰਤਾਰ, ਜੀਵਾਂ ਦੀ ਜਿਹੜੀ ਤਾਰ ਹੈ ਕਾਰਜ ਰੂਪ ਪ੍ਰਪੰਚ ਦੀ, ਹੱਥ ਦੇ ਵਿੱਚ ਤਾਰ ਫੜੀ ਹੋਈ ਹੈ ਜੀਵਾਂ ਦੇ ਖਾਣ ਪੀਣ ਦੀ, ਭੋਜਨ ਦੀ, ਸਵਾਸਾਂ ਦੀ, ਅਤੇ ਸਮਰੱਥ ਹੈ ਹਰ ਤਰ੍ਹਾਂ ਕਰਕੇ ਵਾਹਿਗੁਰੂ ਸਾਹਿਬ ਜੀ
ਉਹ ਵਾਹਿਗੁਰੂ ਸਾਹਿਬ ਧਨ ਹੈ, ਧਨਤਾ ਦੇ ਜੋਗ ਹੈ। ਜੋ ਪਰਮੇਸ਼ਰ ਬ੍ਰਹਮ ਹੈ, ਸਤਿਗੁਰੂ ਧਨ ਨਾਨਕ, ਮਸਤਕ ਤੁਮ ਧਰਿਓ ਜਿਨ ਹੱਥੋਂ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਜੋ ਉਸ ਅਕਾਲ ਪੁਰਖ ਵਾਹਿਗੁਰੂ ਕਰਨ ਕਾਰਨ ਪਰਮੇਸ਼ਰ ਦਾ ਸਰੂਪ ਹਨ, ਅਵਤਾਰ ਹਨ। ਮਹਾਰਾਜ ਸਾਹਿਬ ਜੀ ਵੀ ਧਨਤਾ ਦੇ ਯੋਗ ਹਨ, ਧਨ ਹਨ। ਪਰਮੇਸ਼ਰ ਧਨ ਹੈ, ਗੁਰੂ ਨਾਨਕ ਸਾਹਿਬ ਧਨ ਹੈ। ਜਿਸ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਦੇ ਮੱਥੇ ਤੇ ਸਿਰ ਤੇ ਰਹਿਮਤ ਦਾ ਬਖਸ਼ਿਸ਼ ਦਾ ਹੱਥ ਧਰ ਦਿੱਤਾ ਹੈ। ਲੈਣੇ ਤੋਂ ਗੁਰੂ ਅੰਗਦ ਬਣਾ ਲੈਣਾ ਕੀਤਾ, ਆਪਣਾ ਹੀ ਸਰੂਪ ਬਣਾ ਲਿਆ, ਆਪਣੇ ਨਾਲ ਹੀ ਜੋੜ ਲਿਆ। ਤੇ ਸਤਿਗੁਰੂ ਸਾਹਿਬ ਜੀ ਨੇ ਨਮਸਕਾਰ ਕਰਕੇ ਕਿਹਾ, ਹੁਣ ਤੁਸੀਂ ਦੂਸਰੇ ਗੁਰੂ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਮਸਕਾਰ ਕਰ ਦਿੱਤੀ, ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ ਦਿੱਤਾ। ਤਾਂ ਧਰਿਓ ਮਸਤਕ ਹੱਥ ਸਹਿਜ, ਅੰਮਿਓ ਉਠੋ ਛੱਜ। ਜਦੋਂ ਸਤਿਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕਰ ਦਿੱਤੀ ਮੱਥੇ ਤੇ, ਮੱਥੇ ਉੱਪਰ ਮਸਤਕ ਉੱਪਰ ਹੱਥ ਰੱਖ ਦਿੱਤਾ ਹੈ ਰਹਿਮਤ ਦਾ, ਤਾਂ ਕੀ ਪ੍ਰਾਪਤੀ ਹੋਈ ਹੈ? ਸੁਭਾਵਕ ਸਹਿਜ ਹੀ ਫਿਰ ਅੰਮਿਓ ਉਠੋ ਛੱਜ। ਛੱਜ ਨਾਮ ਹੈ ਸਾਧ ਸੰਗ ਛੱਜੀ ਦਾ, ਸ਼ੋਭਾ ਦਾ। ਫਿਰ ਮਹਾਰਾਜ ਸਾਹਿਬ ਜੀ ਆਪ ਜੀ ਦੀ ਭਾਰੀ ਸ਼ੋਭਾ ਹੋਈ ਤੇ ਅੰਮਿਓ ਉਠੋ। ਇੱਕ ਰਸ ਸ਼ਹਿਬਰ ਜਿਹੜੀ ਸੀ, ਝੜੀ ਜਿਹੜੀ ਸੀ, ਉਹ ਲੱਗ ਗਈ ਹੈ ਬ੍ਰਹਮ ਰਸ ਦੀ, ਪਰਮਾਤਮਾ ਦੇ ਰਸ ਦੀ। ਆਪ ਜੀ ਦੇ ਅੰਤःਕਰਨ ਹਿਰਦੇ ਦੇ ਵਿੱਚ ਅੰਮਿਓ ਬ੍ਰਹਮ ਰੂਪੀ ਬ੍ਰਹਮਨੰਦ ਦਾ ਜਿਹੜਾ ਅੰਮ੍ਰਿਤ ਹੈ, ਇਹ ਵਠਿਓ ਵਰਸਣ ਲੱਗ ਪਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਛੱਜ ਮਹਾਰਾਜ ਆਪ ਜੀ ਸ਼ੋਭਨੀਕ ਹੋਏ ਸੰਸਾਰ ਦੇ ਵਿੱਚ ਗੁਰੂ ਬਣ ਕਰਕੇ। ਜਦੋਂ ਮਹਾਰਾਜ ਨੇ ਆਪ ਜੀ ਦੇ ਮੱਥੇ ਤੇ ਹੱਥ ਰੱਖ ਦਿੱਤਾ ਹੈ, ਸਤਿਗੁਰੂ ਦੀ ਕਿਰਪਾ ਨਾਲ ਤੁਸੀਂ ਸੰਸਾਰ ਦੇ ਵਿੱਚ ਗੁਰੂ ਬਣ ਕੇ ਛੱਜ ਸ਼ੋਭਨੀਕ ਹੋਏ। ਮਹਾਰਾਜ ਦੀ ਕਿਰਪਾ ਸਦਕਾ ਅੰਮਿਓ ਉਠੋ ਅੰਮ੍ਰਿਤ ਜਿਹੜਾ ਹੈ ਆਪ ਜੀ ਦੇ ਹਿਰਦੇ ਵਿੱਚ ਵਰਸਣ ਲੱਗਾ। ਇੱਕ ਰਸ ਸੁਰ ਨਾਰ ਗਣ ਮੁਨ ਬੋਹਿਜ ਆਗਾਜ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਜਿਸ ਨਾਮ ਰੂਪ ਅੰਮ੍ਰਿਤ ਨੂੰ ਪਾ ਕਰਕੇ ਸੁਰ ਜਿਹੜੇ ਦੇਵਤੇ ਹਨ, ਨਰ ਮਨੁੱਖ, ਗਣ ਜਿਹੜੇ ਸ਼ਿਵ ਜੀ ਦੇ ਗਣ, ਨੰਦੀ, ਭ੍ਰਿੰਗੀ, ਟੋਣਾ ਤੇ ਛੋਣਾ ਆਦਿਕ ਨਾਮਕ, ਇਹ ਸਾਰੇ ਗਣ ਮੁਣ ਜਿਹੜੇ ਹਨ, ਮੁਨੀ ਰਿਖੀ ਮੁਨੀ, ਸਾਰੇ ਸੱਚੇ ਪਾਤਸ਼ਾਹ ਇਸ ਅੰਮ੍ਰਿਤ ਦੇ ਨਾਲ ਬੋਹਿਜ ਆਗਾਜ। ਇੱਥੇ ਜਈਆ ਲੱਗਾ ਹੈ, ਇਹ ਪੂਰਾ ਬੁਲਾਉਣਾ ਹੈ, ਬੋਹਿਜ ਪਾਠ ਕਰਨਾ। ਤਾਂ ਇਸ ਆਗਾਜ ਭਗਤੀ ਰੂਪੀ ਬੋਹਿਜ ਗੰਧੀ ਵਾਲੇ ਹੋ ਗਏ, ਗੰਧੀ ਭਾਵ ਸੁਗੰਧੀ ਵਾਲੇ, ਵਾਸ਼ਨਾ ਵਾਲੇ ਹੋ ਗਏ ਨੇ। ਉਹਨਾਂ ਕੋਲ ਖੁਸ਼ਬੋਈ ਆਉਣ ਲੱਗ ਪੈਂਦੀ ਹੈ, ਮਨੁੱਖਾਂ ਦੇ ਕੋਲ, ਦੇਵਤਿਆਂ ਕੋਲ, ਗਣਾਂ ਕੋਲ, ਜਿਨ੍ਹਾਂ ਕੋਲ ਇਹ ਜਿਹੜਾ ਨਾਮ ਪ੍ਰਾਪਤ ਜਿਨ੍ਹਾਂ ਨੂੰ ਹੋ ਜਾਂਦਾ ਹੈ, ਇਹ ਨਾਮ ਸਤਿਗੁਰੂ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਤਾਂ ਕਰਕੇ ਤੁਸੀਂ ਸੰਸਾਰ ਵਿੱਚ ਸੁਗੰਧੀ ਬਖਸ਼ਿਸ਼ ਕਰ ਰਹੇ ਹੋ। ਗਰੀਬ ਨਵਾਜ ਗੁਰੂ ਅੰਗਦ ਦੇਵ ਸਾਹਿਬ ਜੀ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਗਰਜ ਗੱਜ ਕੇ ਆਪਣਾ ਬਲ ਦਿਖਾ ਕਰਕੇ, ਕੰਟਕ ਜਿਹੜਾ ਬੜਾ ਦੁਖਦਾਈ, ਹਾਥੀ ਦੀ ਤਰ੍ਹਾਂ ਬਹੁਤ ਭਿਆਨਕ ਦੁੱਖ ਦੇਣ ਵਾਲਾ, ਮਹਾਰਾਜ ਸਾਹਿਬ ਜੀ ਆਪ ਜੀ ਨੇ ਕਾਲ ਜਿਹੜਾ ਹੈ ਮਾਰ ਦਿੱਤਾ ਹੈ, ਖਤਮ ਕਰ ਦਿੱਤਾ ਸ਼ੇਰ ਦੀ ਨਿਆਏ। ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ। ਧਾਵਤ ਜਿਹੜਾ ਦੌੜਦਾ ਹੋਇਆ ਮਨ, ਉਸ ਨੂੰ ਵੀ ਬਰਜ ਰੋਕ ਲੈਣਾ ਕੀਤਾ ਹੈ, ਆਪਣੇ ਅਧੀਨ ਕਰ ਲਿਆ ਹੈ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਪੰਚ ਭੂਤ ਏਕ ਘਰ ਰਾਖ ਲੈ ਸਮਝ। ਸਾਰੇ ਮਹਾਰਾਜ ਸਾਹਿਬ ਜਿਹੜੇ ਇਹ ਸਮਝ ਨਾਮ ਭਲੀ ਪ੍ਰਕਾਰ ਚੰਗੀ ਤਰ੍ਹਾਂ, ਪੰਜ ਭੂਤ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ, ਇਹਨਾਂ ਨੂੰ ਤੁਸੀਂ ਟਿਕਾ ਲੈਣਾ ਕੀਤਾ ਹੈ, ਕਾਬੂ ਵਿੱਚ ਰੱਖ ਲਿਆ। ਏਕ ਘਰ ਰਾਖ ਲਏ, ਇੱਕ ਘਰ ਭਾਵ ਕੇ ਹਿਰਦੇ ਦੇ ਵਿੱਚ ਅੰਦਰ ਟਿਕਾ ਦਿੱਤੇ ਹਨ। ਇਹ ਤੁਹਾਡੇ ਹੁਕਮ ਤੋਂ, ਤੁਹਾਡੀ ਆਗਿਆ ਤੋਂ ਬਾਹਰੇ ਨਹੀਂ ਹੁਣ ਰਹਿ ਗਏ। ਇਹਨਾਂ ਨੂੰ ਸਤਿਗੁਰੂ ਆਪ ਜੀ ਨੇ ਭਲੀ ਪ੍ਰਕਾਰ
ਚੰਗੀ ਤਰ੍ਹਾਂ ਟਿਕਾ ਲੈਣਾ ਕੀਤਾ ਹੈ ਸਾਰੇ ਇਹਨਾਂ ਪੰਜਾਂ ਵਿਕਾਰਾਂ ਨੂੰ, ਪੰਜਾਂ ਭੂਤਾਂ ਨੂੰ, ਕਾਮ ਆਦਿਕਾਂ ਨੂੰ। ਜਗ ਜੀਤੋ ਗੁਰਦੁਆਰ ਖੇਲੈ ਸਮਤਸਾਰ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੇ ਸਦਕਾ, ਗਰੀਬ ਨਿਵਾਜ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਆਪ ਜੀ ਨੇ ਸੱਚੇ ਪਾਤਸ਼ਾਹ ਜਗਤ ਜਿੱਤ ਲਿਆ ਹੈ। ਜਗਤ ਜੀਤ ਹੋਏ ਹੋ, ਜਗ ਜੀਤ ਹੋਏ ਹੋ। ਜਗਤ ਦੇ ਗੁਰੂ ਹਨ ਗੁਰੂ ਅੰਗਦ ਦੇਵ ਸਾਹਿਬ ਜੀ, ਤੇ ਸਾਰਾ ਸੰਸਾਰ ਹੀ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਚਰਨੀ ਪੈਂਦਾ ਹੈ। ਤਾਂ ਮਹਾਰਾਜ ਆਪ ਜੀ ਨੇ ਸਾਰਾ ਜਗਤ ਵੀ ਜਿੱਤ ਲਿਆ, ਤੇ ਆਪ ਜੀ ਨੇ ਜਿਹੜੀ ਮਹਾਰਾਜ ਸਮਤਸਾਰ ਸੰਸਾਰ ਦੇ ਵਿੱਚ ਜਿਹੜੀ ਬਾਜੀ ਖੇਲੀ ਹੈ ਨਾ, ਸਾਰ ਨਾਮ ਬਾਜੀ ਦਾ ਹੈ। ਇਹ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਸਮ ਦ੍ਰਿਸ਼ਟੀ ਵਾਲੀ ਬਾਜੀ ਖੇਲੀ ਹੈ। ਸਾਰਿਆਂ ਨੂੰ ਇੱਕ ਸਮਾਨ ਸਮਤ ਬਰਾਬਰ ਹੀ ਜਾਣਦੇ ਹੋ। ਰਥ ਉਨਮਨ ਲਿਵ ਰਾਖ ਨਿਰੰਕਾਰ। ਰਥ ਨਾਮ ਹੈ ਪ੍ਰਵਾਹ ਦਾ, ਉਨਮਨ ਨਾਮ ਹੈ ਬਿਰਤੀ ਦਾ। ਬਿਰਤੀ ਕਿਹੜੀ? ਸਾਧ ਸੰਗਤ ਜਿਹੜੀ ਤੁਰਿਆ ਪਦ ਰੂਪ ਨਿਰੰਕਾਰ ਦੀ ਬਿਰਤੀ ਜਿਹੜੀ ਸਤਿਗੁਰੂ ਦੇ ਅੰਦਰ ਚੱਲਦੀ ਹੈ, ਜਿਹੜੀ ਐਸੀ ਤੁਰਿਆ ਪਦ ਅਵਸਥਾ ਵਾਲੀ ਬਿਰਤੀ, ਉਹਦਾ ਪ੍ਰਵਾਹ ਜਿਹੜਾ ਹੈ, ਇਹ ਆਪ ਜੀ ਨੇ ਮਹਾਰਾਜ ਲਿਵ ਦੁਆਰਾ, ਬਿਰਤੀ ਦੇ ਦੁਆਰਾ ਨਿਰੰਕਾਰ ਦੇ ਵਿੱਚ ਸਤਿਗੁਰੂ ਆਪ ਜੀ ਨੇ ਜੋੜ ਕਰਕੇ ਆਪਣੀ ਬਿਰਤੀ ਨੂੰ ਰੱਖਿਆ ਹੋਇਆ ਹੈ। ਤੇ ਆਪ ਜੀ ਮਹਾਰਾਜ ਪੂਰਨ ਖੜਾ ਦੇ ਵਿੱਚ ਸਤਿਗੁਰੂ ਹਮੇਸ਼ਾ ਰਹਿੰਦੇ ਹੋ, ਆਨੰਦ ਵਿੱਚ ਰਹਿੰਦੇ ਹੋ। ਗੁਰੂ ਅੰਗਦ ਦੇਵ ਸਾਹਿਬ ਜੀ ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਭੱਟ ਜੀ ਦਾ ਨਾਮ ਹੈ ਕਲ ਸਹਾਰ ਭੱਟ ਜੀ। ਕਲ ਸਹਾਰ ਨਾਮੀ ਭੱਟ ਸਾਹਿਬ ਕਹਿ ਰਹੇ ਨੇ, ਸਤਿਗੁਰੂ ਸਾਹਿਬ ਜੀ ਦੀ ਪਾਵਨ ਕੀਰਤੀ ਨੂੰ ਕਹਿੰਦੇ ਹਨ। ਕੀਰਤੀ ਨੂੰ ਕਰੋ। ਕਲ ਸਹਾਰ ਜਿਹੜੇ ਕਲਯੁਗ ਦਾ ਸਹਾਰ ਆਸਰਾ ਹਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸੱਤਾਂ ਦੀਪਾਂ ਦੇ ਵਿੱਚ, ਕੇਵਲ ਇਸ ਹਿੰਦੁਸਤਾਨ ਵਿੱਚ ਨਹੀਂ, ਸੱਤਾਂ ਦੀਪਾਂ ਦੇ ਵਿੱਚ, ਜੰਬੂ ਦੀਪਕ ਆਦਿਕ ਜਿਤਨੇ ਵੀ 7 ਦੀਪ ਗਿਣੇ ਹੋਏ ਨੇ, ਹੁਣ ਮਹਾਂਦੀਪ ਕਹਿ ਦਿੱਤੇ ਜਾਂਦੇ ਨੇ। ਏਸ਼ੀਆ, ਆਸਟ੍ਰੇਲੀਆ, ਅਮਰੀਕਾ, ਰਸ਼ੀਆ ਆਦਿਕ ਸਾਰੀ ਹੀ ਧਰਤੀ 'ਤੇ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦਾ ਪਾਵਨ ਜਸ ਹੈ। ਕਿਉਂਕਿ ਲਹਿਣਾ ਜਗਤਰ ਗੁਰ ਪਰਸ ਮੁਰਾਰ। ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਜਗਤ ਗੁਰੂ ਹੋ, ਪਰਸ ਮੁਰਾਰ, ਮੁਰਾਰੀ ਮੁਕਤੀ ਦਾਤੇ, ਮੁਰਾਰੀ ਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਨੂੰ ਪਰਸ ਕਰਕੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪਰਸ ਕਰਕੇ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਮੁਰਾਰੀ ਰੂਪ ਗੁਰੂ ਸਾਹਿਬ ਜੀ ਆਪ ਜੀ ਜਗਤ ਗੁਰੂ ਨੂੰ ਪਰਸ ਕਰਕੇ ਜਗਤ ਗੁਰੂ ਬਣ ਗਏ ਹੋ। ਇਵੇਂ ਆਪ ਜੀ ਦਾ ਜਸ ਸੱਤਾਂ ਦੀਪਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾ ਲੁਖ ਖਨ ਉਤਾਰ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਜਿਹੜੀ ਦ੍ਰਿਸ਼ਟੀ ਹੈ, ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ, ਪ੍ਰਤਾਖੀ ਸਾਧ ਸੰਗਤ ਅੰਮ੍ਰਿਤ ਦੀ ਧਾਰਾ ਹੈ, ਪ੍ਰਵਾਹ ਹੈ। ਤੇ ਅਨੇਕਾਂ ਦੇ ਜਿਹੜੇ ਕਾਲੁਖ, ਜਿਹੜੇ ਪਾਪ ਨੇ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਖੰਨ ਨਾਮ ਹੈ, ਜੜੋਂ ਹੀ ਪੁੱਟ ਦਿੰਦੇ ਹਨ, ਉਤਾਰ ਦਿੰਦੇ ਹਨ। ਖਡੂਰ ਸਾਹਿਬ ਦੀ ਧਰਤੀ 'ਤੇ ਸਾਧ ਸੰਗਤ ਮਹਾਰਾਜ ਸਾਹਿਬ ਜੀ ਜਦੋਂ ਅੰਮ੍ਰਿਤ ਵੇਲੇ ਤੋਂ ਬਾਅਦ ਵਿਹਲੇ ਹੋ ਕਰਕੇ ਆਪਣੇ ਨਿਜ ਸਰੂਪ ਤੋਂ, ਸਮਾਧੀ ਤੋਂ ਦੀਵਾਨ ਵਿੱਚ ਆਇਆ ਕਰਦੇ, ਪਹਿਲੀ ਦ੍ਰਿਸ਼ਟੀ ਜਿਹੜੇ ਸਿੱਖ 'ਤੇ ਪਾ ਦੇਣੀ। ਜਿੱਦਾਂ ਦੀ ਵੀ ਕਿਸੇ ਦੀ ਭਾਵਨਾ ਹੋਣੀ, ਉਸੇ ਤਰ੍ਹਾਂ ਦਾ ਉਹਨੂੰ ਫਲ ਮਿਲ ਜਾਣਾ। ਜੇ ਕੋਈ ਸਿੱਖ ਕਹਿੰਦਾ ਮੇਰੇ ਹਿਰਦੇ ਦੇ ਪਾਪ ਕੱਟੇ ਜਾਣ, ਮੈਨੂੰ ਬ੍ਰਹਮ ਗਿਆਨ ਮਿਲੇ, ਮੇਰੀ ਸੁਰਤ ਜਿਹੜੀ ਇਕਾਗਰ ਹੋਏ, ਉਹਨੂੰ ਉਹ ਬਖਸ਼ਿਸ਼ ਹੁੰਦੀ। ਮੰਜਿਆਂ 'ਤੇ ਪਾ ਕਰਕੇ ਕੋੜਿਆਂ ਨੂੰ, ਹੋਰ ਰੋਗੀਆਂ ਨੂੰ ਲੋਕ ਲੈ ਕੇ ਆਉਂਦੇ। ਸਤਿਗੁਰੂ ਦੀ ਕਿਰਪਾ ਦੇ ਸਦਕਾ ਸਾਧ ਸੰਗਤ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਸਭ ਦੇ ਹੀ ਪਾਪ ਕੱਟੇ ਜਾਂਦੇ, ਦੁੱਖ ਕੱਟੇ ਜਾਂਦੇ, ਰੋਗ ਕੱਟੇ ਜਾਂਦੇ। ਜਿੱਦਾਂ ਦਾ ਵੀ ਕੋਈ ਸੰਕਲਪ ਲੈ ਕੇ ਆਉਂਦਾ ਸੀ ਸੱਚੇ ਪਾਤਸ਼ਾਹ ਜੀ ਦੇ ਪਾਸ, ਐਸੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਦ੍ਰਿਸ਼ਟੀ ਹੈ। ਅੰਮ੍ਰਿਤ ਦ੍ਰਿਸ਼ਟੀ ਹੈ, ਪਾਪਾਂ ਨੂੰ ਜੜੋਂ ਹੀ ਮੁਕਾ ਦੇਣ ਵਾਲੀ ਹੈ। ਤਿਮਰ ਅਗਿਆਨ ਜਾਹੇ ਦਰਸ ਦੁਆਰ। ਜਿਹੜਾ ਅਗਿਆਨਤਾ ਦਾ ਹਨੇਰਾ ਹੈ,
ਇਹ ਤਾਂ ਮਹਾਰਾਜ ਸਾਹਿਬ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ, ਆਪ ਜੀ ਦੇ ਦੁਆਰੇ, ਆਪ ਜੀ ਦੇ ਗੁਰੂ ਘਰ, ਆਪ ਜੀ ਦੇ ਚਰਨਾਂ ਪਾਸ ਹੋਣ ਕਰਕੇ ਹੀ ਹਨੇਰਾ ਦੂਰ ਚਲਾ ਜਾਂਦਾ ਹੈ, ਭੱਜ ਜਾਂਦਾ ਹੈ। ਅਗਿਆਨਤਾ ਨਹੀਂ ਰਹਿੰਦੀ ਜੀਵਾਂ ਦੀ, ਜਿਹੜੇ ਗੁਰੂ ਅੰਗਦ ਦੇਵ ਸਾਹਿਬ ਦੇ ਦਰਸ਼ਨ ਕਰਦੇ ਹਨ। ਓਏ ਜੋ ਸੇਵੈ ਸ਼ਬਦ ਸਾਰ, ਗਾਖੜੀ ਬਿਖਮਕਾਰ। ਮਹਾਰਾਜ ਸਾਹਿਬ ਜੀ ਆਪ ਜੀ ਨੇ ਜਿਹੜੀ ਸੇਵਾ ਕੀਤੀ ਹੈ ਨਾ, ਸਾਰ ਸ੍ਰੇਸ਼ਟ, ਜੋ ਸਤਿਗੁਰੂ ਦੇ ਸ਼ਬਦ ਨੂੰ, ਹੁਕਮ ਨੂੰ ਮੰਨ ਕਰਕੇ ਸ਼ਬਦ ਸਾਰ, ਸ਼ਬਦ ਨੂੰ, ਹੁਕਮ ਨੂੰ ਸੇਵਣ ਦੀ ਜੋ ਸੇਵਾ ਹੈ, ਕਾਰ ਹੈ, ਉਹ ਬਹੁਤ ਜ਼ਿਆਦਾ ਮਹਾਰਾਜ ਸਾਹਿਬ ਜੀ ਬਿਖਮਕਾਰ ਹੈ ਅਤੇ ਗਾਖੜੀ ਕਠਿਨ ਤੋਂ ਕਠਿਨ ਹੈ, ਔਖੀ ਤੋਂ ਔਖੀ ਹੈ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਪਹਿਲੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦੇ। ਇੱਕ ਨਹੀਂ ਅਨੇਕਾਂ ਹੀ ਹੁਕਮ ਸਤਿਗੁਰੂ ਜੀ ਨੇ ਕੀਤੇ। ਕਹਿਣਾ ਕੀਤਾ ਮੁਰਦਾ ਖਾ ਲਓ। ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਮੰਨ ਕਰਕੇ ਆਖਿਆ ਮਹਾਰਾਜ ਕਿੱਧਰੋਂ ਖਾਵਾਂ, ਤਾਂ ਹੁਕਮ ਨੂੰ ਮੰਨ ਲਿਆ। ਜਾਓ ਆਹ ਚਿੱਕੜ ਦੇ ਵਿੱਚੋਂ ਲੋਟਾ ਕੱਢ ਕੇ ਲਿਆਓ, ਆ ਜਿਹੜਾ ਬਾਟਾ ਹੈ ਇਹ ਕੱਢ ਕੇ ਲਿਆਓ। ਪੁੱਤਰਾਂ ਨੇ ਜਵਾਬ ਦੇ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਛਾਲ ਮਾਰ ਕੇ ਕੱਢ ਲਿਆਂਦਾ। ਲੰਗਰ ਤਿਆਰ ਨਹੀਂ ਹੋਇਆ, ਹਨੇਰੀ ਮੀਂਹ ਬਹੁਤ ਸੀ। ਸੰਗਤਾਂ ਵਾਸਤੇ ਕਿੱਕਰਾਂ ਝਾੜੋਂ ਮਠਿਆਈ ਡਿੱਗੇਗੀ। ਪੁੱਤਰ ਕਹਿੰਦੇ ਮਹਾਰਾਜ ਸਾਹਿਬ ਜੀ ਕਿੱਕਰਾਂ ਤੋਂ ਵੀ ਕਦੀ ਮਠਿਆਈਆਂ ਡਿੱਗੀਆਂ ਨੇ। ਸਤਿਗੁਰੂ ਨੂੰ ਇਸ਼ਾਰਾ ਹੀ ਕੀਤਾ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਹ ਚੜ੍ਹ ਕਰਕੇ ਕਿੱਕਰ 'ਤੇ ਬਚਨ ਮੰਨ ਕਰਕੇ ਹਿਲਾ ਦਿੱਤੀ, ਮਠਿਆਈ ਡਿੱਗੀ ਥੱਲੇ। ਇਵੇਂ ਜਿਹੜੇ ਇਹ ਬਚਨ ਸਤਿਗੁਰੂ ਸਾਹਿਬ ਜੀ ਬੜੀ ਬਿਖਮਕਾਰ ਹੈ, ਕਠਿਨ ਔਖੀ ਘਾਲ ਹੈ, ਇਹ ਤੁਸੀਂ ਕਰਨੀ ਕੀਤੀ ਹੈ। ਸ਼ਬਦ ਹੁਕਮ ਦੇ ਵਿੱਚ ਰਹਿ ਕਰਕੇ ਸਾਰ ਨਾਮ ਹੈ ਸ੍ਰੇਸ਼ਟ ਦਾ। ਸਤਿਗੁਰੂ ਜਿਹੜੀ ਆਪ ਜੀ ਦੇ ਹੁਕਮ ਰੂਪੀ ਸਾਰ ਸ੍ਰੇਸ਼ਟ ਸੇਵਾ ਕਰਨੀ ਹੈ, ਇਹ ਬੜੀ ਬਿਖਮ, ਇਹ ਬੜੀ ਕਠਿਨ ਹੈ। ਜੋ ਆਪ ਜੀ ਆਪਣੇ ਸਿੱਖਾਂ ਨੂੰ ਹੁਕਮ ਕਰਦੇ ਹੋ, ਜਿਵੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸਿੱਖਾਂ ਨੂੰ ਇਹ ਹੁਕਮ ਸੀ ਕਿ ਸੇਵਾ ਕਰਿਆ ਕਰੋ ਸਿੱਖੋ, ਤਾਂ ਇੱਕ ਸਾਧ ਸੰਗਤ ਮੇਰੇ ਵਰਗਾ ਸਿੱਖ ਜਿਹਦਾ ਨਾਮ ਖੀਰ ਖਾਣਾ ਸਿੱਖ ਕਿਹਾ ਗਿਆ ਹੈ, ਇਹ ਅੰਦਰ ਵੜ ਕੇ ਬੈਠਾ ਰਹਿੰਦਾ, ਸੇਵਾ ਕਰਦਾ ਨਹੀਂ ਸੀ। ਸਿੱਖਾਂ ਨੇ ਕਹਿਣਾ ਸੇਵਾ ਕਰ ਲਿਆ ਕਰ, ਕਰਿਆ ਨਾ ਕਰੇ, ਗੁਰੂ ਸਾਹਿਬ ਕਹਿਣਗੇ ਫਿਰ ਕਰਾਂਗਾ। ਤਾਂ ਸਤਿਗੁਰੂ ਜੀ ਨੇ ਇੱਕ ਦਿਨ ਦੇਖ ਲਿਆ, ਕੋਲ ਆਇਆ। ਮਹਾਰਾਜ ਕਹਿੰਦੇ ਤੇਰੀ ਤਾਂ ਸਿਰਫ ਉਮਰ ਹੀ 8 ਪੈਰ ਰਹਿ ਗਈ, ਤੈਨੂੰ ਕੀ ਬਚਨ ਕਰੀਏ, ਕੀ ਹੁਕਮ ਕਰੀਏ, ਕੀ ਸੇਵਾ ਲਾਈਏ। ਕਹਿੰਦਾ ਮਹਾਰਾਜ ਸੇਵਾ ਲਾਓ। ਤਾਂ ਸਤਿਗੁਰੂ ਕਹਿੰਦੇ ਫਿਰ ਤੈਨੂੰ ਸੇਵਾ ਇਹ ਆ, ਸਾਡਾ ਬਚਨ ਮੰਨਣ ਦੀ ਸੇਵਾ ਕਰ, 8 ਪੈਰ ਤੇਰੀ ਆਜੂ ਹੈ, ਸੜ ਕੇ ਚਿਖਾ ਵਿੱਚ ਮਰ ਜਾ। ਬਾਹਰ ਜੰਗਲ ਵਿੱਚ ਗਿਆ, ਬਚਨ ਮੰਨਿਆ ਨਾ ਜਾਏ, ਪਰਪੱਕਤਾ ਨਹੀਂ ਸੀ, ਘੁੰਮੀ ਜਾਵੇ ਚਿਖਾ ਦੇ ਦੁਆਲੇ, ਅੱਗ ਦੇ ਦੁਆਲੇ। ਇੰਨੇ ਚਿਰ ਨੂੰ ਸਾਧ ਸੰਗਤ ਮੇਰਾ ਧਾੜਵੀ ਜਿਹੜਾ ਸੀ ਠੱਗੀਆਂ ਮਾਰਨ ਵਾਲਾ, ਚੋਰੀਆਂ ਕਰਨ ਵਾਲਾ ਆ ਗਿਆ। ਕਹਿੰਦਾ ਸਿੱਖਾ ਕੀ ਕਰਦਾ? ਕਹਿੰਦਾ ਮਹਾਰਾਜ ਨੇ ਬਚਨ ਕਿਹਾ ਹੈ ਮੈਨੂੰ, ਪਰ ਮੰਨਿਆ ਨਹੀਂ ਜਾ ਰਿਹਾ। ਕਹਿੰਦਾ ਤੂੰ ਪਾਸੇ ਹਟ, ਆ ਸਭ ਕੁਝ ਧਨ ਮਾਲ ਲੈ ਲੈ, ਬਚਨ ਮੈਂ ਮੰਨ ਲੈਂਦਾ ਹਾਂ। ਇਹਨੂੰ ਸਾਰਾ ਸੋਨਾ ਜਿਹੜਾ ਚੋਰੀ ਕੀਤਾ ਹੋਇਆ ਸੀ, ਧਨ ਮਾਲ ਦੇ ਦਿੱਤਾ, ਬਚਨ ਮੰਨ ਕੇ ਚਿਖਾ ਦੇ ਵਿੱਚ ਛਾਲ ਮਾਰ ਦਿੱਤੀ। ਤਾਂ ਸਾਧ ਸੰਗਤ ਜਦੋਂ ਛਾਲ ਮਾਰੀ ਤਾਂ ਇਹ ਵੀ ਇਤਿਹਾਸ ਵਿੱਚ ਲਿਖਿਆ ਕਿ ਭਾਈ ਮੇਰੇ ਧਾੜਵੀ ਨੂੰ ਬੈਕੁੰਠ ਦੇ ਵਿੱਚ ਲੈ ਜਾਣਾ ਕੀਤਾ, ਵਿਮਾਨ 'ਤੇ ਚੜ੍ਹਾ ਕੇ। ਦੂਜਾ ਇਤਿਹਾਸਕ ਬਚਨ ਇਹ ਆਉਂਦਾ ਕਿ ਇਸ ਸਿੱਖ ਨੂੰ ਮੇਰੇ ਧਾੜਵੀ ਨੂੰ ਅੱਗ ਕੁਝ ਕਰ ਨਾ ਸਕੀ। ਜਦੋਂ ਗੁਰੂ ਸਾਹਿਬ ਦਾ ਸਿੱਖ ਭਾਈ ਜੀਵਾ ਬਾਹਰ ਗਿਆ ਜੰਗਲ ਵੱਲ, ਦੇਖਿਆ ਅਤੇ ਗੁਰੂ ਸਾਹਿਬ ਜੀ ਦੇ ਪਾਸ ਲਿਆਂਦਾ ਅਤੇ ਸੱਚੇ ਪਾਤਸ਼ਾਹ ਜੀ ਨੇ ਜੀਵਨ ਮੁਕਤ ਕਰ ਦਿੱਤਾ ਸੀ। ਐਸੀ ਆਪ ਜੀ ਦੇ ਬਚਨਾਂ ਨੂੰ ਕਮਾਉਣ ਰੂਪੀ ਜਿਹੜੀ ਸੇਵਾ ਹੈ, ਇਹ ਬਹੁਤ ਮਹਾਰਾਜ ਸਾਹਿਬ ਜੀ ਕਠਿਨ ਹੈ, ਔਖੀ ਹੈ ਜੀ। ਜਿਹਦੇ 'ਤੇ ਤੁਸੀਂ ਕਿਰਪਾ ਕਰ ਦਿੰਦੇ ਉਹੀ ਸੇਵਦੇ ਨੇ, ਕਮਾਉਂਦੇ ਨੇ ਇਸ ਨੂੰ। ਤੇ ਨਰ ਭਾਵ ਉਤਾਰ ਕੀਏ ਨਿਰਭਾਰ। ਜਿਨ੍ਹਾਂ ਨੇ ਆਪ ਜੀ ਦਾ ਬਚਨ ਮੰਨਿਆ ਹੈ, ਉਹਨਾਂ ਨੂੰ ਸੱਚੇ ਪਾਤਸ਼ਾਹ, ਉਹਨਾਂ ਪੁਰਸ਼ਾਂ ਨੂੰ ਆਪ ਜੀ ਨੇ ਨਿਰਭਾਰ, ਬਿਨਾਂ ਭਾਰ ਤੋਂ, ਭਾਵ ਕਿ ਪਾਪਾਂ ਦੇ, ਦੁੱਖਾਂ ਦੇ ਬੋਝ ਤੋਂ ਰਹਿਤ ਖਾਲੀ ਕਰ ਦਿੱਤਾ ਹੈ। ਉਹ ਲੋਕ ਮਹਾਰਾਜ ਸਾਹਿਬ ਜੀ ਤੇ ਨਰ ਭਾਵ ਉਤਾਰ,
इस भवजल तो संसार सागर तो फिर भाव तो उतार दिते ने, परे कर दिते ने, मुक्त कर दिते हन। सत संगत सहज सार, जागी ले गुर विचार। महाराज साहब जी सुते सेधी आप जी की जिहड़ी पावन संगत है ये बड़ी श्रेष्ठ है। सत संगत सहज सार, सहज सुते सिद्ध सार श्रेष्ठ है आप जी की सत संगत। जागी ले गुर विचार, सतगुरु गुरु नानक देव साहब महाराज जी के पासों विचार जिहड़ी है आप जी ने प्राप्त कर ली है। तो महाराज बिरती दे विच ज्ञान जिहड़ा है ये जागृत होया है, जाग पिया है। आप जी सच्चे पातशाह महाराज आप जी की बिरती सतगुरां दे द्वारा जागी हुई है। बिरती विच नाम सिमरन दे विच लगी रहिंदी है हमेशा ही। जिहड़े सिख आप जी की संगत करते ने गुरसिखां दी, उन्हां दे भी जागी ले गुर विचार, गुरु साहब की विचार उन्हां दे हिरदियां विच जाग उठदी है। निमरी भूत सदीव परम प्यार। फिर महाराज आप जी हमेशा ही इन्ने वड्डे होने के बावजूद भी निमरी भूत हो, निमरता स्वरूप वाले हो, ते अपने परम सतगुरु गुरु नानक साहब जी के प्यार विच प्रेम दे विच महाराज साहब जी हमेशा जुड़े रहन वाले हो। बहुत प्यार है आप जी का सतगुरु के चरनां नाल। निमरी भूत सन, निमरता वाले सन गुरु अंगद देव साहब जी, कदे भी काल नहीं सी पैंदे। हमेशा सतगुरु जी बड़े टिका विच रहिंदे। कहो कीरत कल सहार, सपत दीप मझार, लहना जगतर गुर परस मुरार। भट साहब जी सतगुरु की वडियाई करते हुए दूजे भट्टां ताईं कहिंदे ने सतगुरु की कीरती करो भट्टो। कल सहार भट्ट कहिंदे गुरु अंगद देव साहब जी सत्तां दीपां दे विच जगत गुरु हन। महाराज साहब जी गुरु नानक साहब जी के चरनां नूं परस करके जगत गुरु बने हैं। मुरारी सतगुरु साहब जी के चरनां नूं परस करके तै तो दृढ़ियो नाम अपार, बिमल जास बिथार। श्री गुरु अंगद देव साहब आप जी ने तो आप जी ने अपने हिरदे दे विच वाहिगुरु साहब जी का जो पावन पवित्र अपार नाम है इनू दृढ़ किया होया है। ते जिस नाम का बिमल निर्मल तो रहत परमात्मा का नाम है, ते परमात्मा दे इस निर्मल नाम का जिहड़ा जस है आप जी ने फिर विथार फैला दिता है। संसार विच आप जी नाम दे पावन जस नूं फैला रहे हो, सिखां दे विच नाम नूं दृढ़ प्रवक करवा रहे हो। आप भी तुसी अपने हिरदे दे विच नाम नूं प्रपक कीता है, ते निर्मल नाम दा जस आप जी संसार विच भी प्रसिद्ध कर रहे हो। क्योंकि नानक कह घर केवल नाम, गुरु साहब जी श्री गुरु नानक देव साहब जी नूं केवल परमात्मा वालों नाम बख्शिश होया। महाराज ने कहा नाम दा प्रकाश संसार दे विच करो, सतनाम वाहिगुरु दृढ़ करवाओ। सच्चे पातशाह ने नाम दृढ़ किया तो जगत नूं भी नाम ही सतगुरु दृढ़ करवाउंदे हन। इवें विस्तार कर रहे हो। साधक सिद्ध सुजन जियां को आधार। महाराज साहब जी जिहड़े साधक जगियासू हन, साधना करन वाले साधक जिहड़े जगियासू आप जी और सिद्ध जिहड़े 84 सिद्ध सुजन श्रेष्ठ महात्मा जिहड़े ने सेवक आप जी दे, सारे ही महाराज कुल्लां दे जीवां दा तुसी आधार स्वरूप हो, आसरा स्वरूप हो। सारा जगत सारे सिद्ध साधक श्रेष्ठ जन संत आप जी दा आसरा तकदे पए हैं। तू ता जनक राजा अवतार। गुरु अंगद देव साहब आप जी राजा जनक दे अवतार हो। ਇਹਦਾ ਇੱਥੇ ਇਹ अर्थ नहीं साध संगत समझना कि गुरु साहब जी राजे जनक दे अवतार होए हैं। जनक नाम साध संगत प्रकाश रूप परमात्मा। जनक राम है, नाम है ब्रह्म ज्ञान का। जनक नाम है पिता का। पिता जो संसार का अकाल पुरख वाहिगुरु ਉਹਦੇ अवतार हो तुसी महाराज सच्चे पातशाह जी। जनक साध संगत जिवें राजा ਵੱਡਾ ਭਗਤ ਸੀ ਔਰ ਨਿਰਲੇਪ ਰਹਿਣ ਵਾਲਾ ਸੀ, ਸੰਸਾਰ ਤੋਂ ਰਾਜ ਭਾਗ ਹੁੰਦਿਆਂ ਹੋਇਆਂ ਵੀ ਨਿਰਲੇਪਤਾ ਰੱਖਦਾ ਸੀ।
ਇਵੇਂ ਤੁਸੀਂ ਸਤਿਗੁਰੂ ਸਾਹਿਬ ਜੀ ਨਿਰਲੇਪ ਹੋ। ਇਵੇਂ ਮਹਾਰਾਜ ਸਾਹਿਬ ਜੀ ਨੂੰ ਜਨਕ ਰਾਜਾ ਅਵਤਾਰ ਕਿਹਾ, ਬਲਕਿ ਇਸ ਤਰ੍ਹਾਂ ਨਹੀਂ ਸਮਝਣਾ ਕਿ ਗੁਰੂ ਸਾਹਿਬ ਜੀ ਰਾਜੇ ਜਨਕ ਦੇ ਅਵਤਾਰ ਸਨ। ਗੁਰੂ ਸਾਹਿਬ ਪਰਮਾਤਮਾ ਦੇ ਅਵਤਾਰ ਹਨ। ਇਹ ਸਤਿਗੁਰੂ ਸਾਹਿਬ ਜੀ ਆਪ ਜੀ ਜਨਕ ਗਿਆਨ ਦੇ ਅਵਤਾਰ ਹੋ, ਗਿਆਨ ਸਰੂਪ ਹੋ ਆਪ ਜੀ ਸੱਚੇ ਪਾਤਸ਼ਾਹ ਜੀ। ਗਰੀਬ ਨਵਾਜ ਤੁਸੀਂ ਪਰਮਾਤਮਾ ਦੇ ਜਨਕ ਜੋ ਪਰਮੇਸ਼ਰ ਹੈ ਸੰਸਾਰ ਦਾ, ਉਹਦੇ ਜੋ ਪਿਤਾ ਦੇ ਵਾਹਿਗੁਰੂ ਸਾਹਿਬ ਦੇ ਅਵਤਾਰ ਹੋ। ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ। ਸੰਸਾਰ ਦੇ ਵਿੱਚ ਮਹਾਰਾਜ ਸਾਹਿਬ ਜੀ ਆਪ ਜੀ ਸ਼ਬਦ ਸਾਰ ਸ਼੍ਰੇਸ਼ਟ ਹੋ। ਫਿਰ ਮਹਾਰਾਜ ਸਾਹਿਬ ਆਪ ਜੀ ਜਗਤ ਵਿੱਚ ਰਹਿੰਦੇ ਕਿਵੇਂ ਹੋ? ਇਵੇਂ ਰਹਿੰਦੇ ਹੋ ਅਸੰਗ ਨਿਰਲੇਪ ਰਹਿੰਦੇ ਹੋ। ਜਿਵੇਂ ਮਹਾਰਾਜ ਸਾਹਿਬ ਜੀ ਪਦਮ ਕਵਲ ਫੁੱਲ ਰਹਿੰਦਾ ਹੈ ਨਿਰਲੇਪ, ਇਵੇਂ ਸੱਚੇ ਪਾਤਸ਼ਾਹ ਜੀ ਸ਼੍ਰੇਸ਼ਟ ਹੋ। ਕਲਪ ਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ। ਸੱਚੇ ਪਾਤਸ਼ਾਹ ਜੀ ਰੋਗਾਂ ਨੂੰ ਵਿਦਾਰ ਨਾਸ਼ ਕਰਨ ਦੇ ਵਿੱਚ ਸਮਰੱਥ ਹੋ। ਕਿਵੇਂ ਸਮਰੱਥ ਹੋ? ਕਲਪ ਤਰ, ਕਲਪ ਤਰ ਜਿਵੇਂ ਕਲਪ ਬ੍ਰਿਸ਼ ਦੇ ਵਾਂਗੂ। ਕਲਪ ਬ੍ਰਿਸ਼ ਜਿਹੜਾ ਹੈ ਜਿਹਨੂੰ ਇਹ ਪ੍ਰਾਪਤ ਹੋ ਜਾਵੇ ਉਹਦੀ ਮਾਨਿਸ਼ਤ ਇੱਛਾ ਪੂਰੀ ਹੁੰਦੀ ਹੈ। ਜੇ ਕੋਈ ਕਵੇ ਮੇਰੇ ਰੋਗ ਕੱਟੇ ਜਾਣ ਤਾਂ ਫਿਰ ਕਲਪ ਬ੍ਰਿਸ਼ ਦੇ ਕੋਲ ਜਿਹੜਾ ਆਸ ਰੱਖਦਾ ਹੈ, ਬੇਨਤੀ ਕਰਦਾ ਹੈ, ਉਹਦੇ ਸਾਰੇ ਰੋਗ ਕੱਟੇ ਜਾਂਦੇ ਹਨ। ਤਾਂ ਆਪ ਜੀ ਸਿੱਖਾਂ ਦੇ ਕਲਪਤਰ ਦਰਖਤ ਹੋ, ਰੋਗਾਂ ਨੂੰ ਵਿਦਾਰ ਦਿੰਦੇ ਹੋ, ਖਤਮ ਕਰ ਦਿੰਦੇ ਹੋ। ਅਤੇ ਸੰਸਾਰ ਤਾਪ ਨਿਵਾਰ, ਸੰਸਾਰ ਦੀਆਂ ਜਿਹੜੀਆਂ ਤਾਪ ਦੁੱਖ ਨੇ, ਕਿਹੜੇ ਤਾਪ ਸਾਧ ਸੰਗਤ ਵੱਡੇ ਆਦਿ ਵਿਆਧੀ ਉਪਾਧੀ ਰੂਪ ਜਿਹੜੇ ਸੰਸਾਰ ਦੇ ਤਾਪਾਂ ਤੋਂ ਆਪ ਜੀ ਨਿਵਾਰ ਨਿਵਰਤ ਕਰਨ ਵਾਲੇ ਹੋ। ਆਤਮਾ ਤ੍ਰਿਵਦ ਤੇਰਾ ਏਕ ਲਿਵਤਾਰ। ਸੰਸਾਰ ਦੇ ਜਿਹੜੇ ਲੋਕ ਨੇ ਇਹਨਾਂ ਲੋਕਾਂ ਨੂੰ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਸਾਧ ਸੰਗਤ ਜਿਹੜਾ ਮਨ ਹੈ ਨਾ, ਆਤਮਾ ਦਾ ਅਰਥ ਇੱਥੇ ਪਹਿਲਾਂ ਮਨ ਸਮਝਣਾ। ਆਤਮਾ ਮਨ ਤ੍ਰਿਵਦ ਤਿੰਨ ਪ੍ਰਕਾਰ ਦਾ ਹੈ। ਤਿੰਨਾਂ ਬਿਰਤੀਆਂ ਦੇ ਵਿੱਚ ਮਨ ਲੱਗਾ ਰਹਿੰਦਾ ਹੈ। ਲੋਕਾਂ ਦਾ ਮਨ ਤਿੰਨਾਂ ਦੇਵਤਿਆਂ ਦੇ ਵਿੱਚ ਤ੍ਰਿਵਦ, ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਤਿੰਨਾਂ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ, ਸੇਵਾ ਦੇ ਵਿੱਚ। ਪਰ ਆਪ ਜੀ ਦਾ ਸਤਿਗੁਰੂ ਸਾਹਿਬ ਜੀ ਜਿਹੜਾ ਅੰਦਰਲਾ ਮਨ ਹੈ, ਏਕ ਲਿਵ ਧਾਰ, ਇੱਕ ਲਿਵ ਪਰਮਾਤਮਾ ਦੀ ਵਿੱਚ ਜੁੜਿਆ ਹੋਇਆ ਹੈ। ਤੇਲ ਦੀ ਧਾਰਾ ਦੀ ਤਰ੍ਹਾਂ ਆਪ ਜੀ ਇੱਕ ਪਰਮਾਤਮਾ ਦੇ ਵਿੱਚ ਲਿਵ ਲਾ ਕਰਕੇ ਰੱਖਦੇ ਹੋ। ਇੱਕ ਪਰਮਾਤਮਾ ਦੇ ਨਾਲ, ਵਾਹਿਗੁਰੂ ਨਾਲ ਜੁੜੇ ਹੋਏ ਹੋ। ਸੰਸਾਰ ਜਿਹੜਾ ਹੈ ਇਹ ਤ੍ਰਿਵਦ ਤਿੰਨਾਂ ਦੇ ਵਿੱਚ ਚੱਲਦਾ ਹੈ। ਰਜੋ ਸਤੋ ਤਮੋ ਵਾਲੀ ਬਿਰਤੀ ਚੱਲਦੀ ਰਹਿੰਦੀ ਸਾਡੀ। ਗੁਰੂ ਸਾਹਿਬ ਦੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਸੰਸਾਰ ਦੀ ਗੱਲ ਨਹੀਂ ਸੀ ਕਰ ਸਕਦਾ। ਕਿਸੇ ਸਿੱਖ ਦੀ ਐਸੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਕੋਈ ਮਾਇਆ ਦਾ ਬਾਹਰਲਾ ਕੋਈ ਐਸਾ ਬਚਨ ਕਰ ਸਕੇ। ਕੇਵਲ ਪਰਮਾਤਮਾ ਦੀ ਵਡਿਆਈ ਉਸਤਤ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਇਤਿਹਾਸ ਦੀ ਗੱਲ ਹੁੰਦੀ ਸੀ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਪਾਠਕ ਕਲ ਸਹਾਰ ਜੀ ਕਹਿੰਦੇ ਭੱਟੋ ਸਤਿਗੁਰੂ ਦੀ ਵਡਿਆਈ ਕਰੋ, ਕੀਰਤੀ ਕਰੋ। ਗੁਰੂ ਸਾਹਿਬ ਜੀ ਸੱਤਾਂ ਦੀਪਾਂ ਦੇ ਵਿੱਚ ਸਾਰੇ ਜਗਤ ਵਿੱਚ ਜਗਤ ਗੁਰੂ ਹਨ। ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪਰਸ ਕਰਕੇ ਇਹ ਪ੍ਰਾਪਤੀ ਕੀਤੀ ਹੈ ਮੁਰਾਰੀ ਸਤਿਗੁਰੂ ਜੀ ਦੇ। ਤੈ ਤਾਂ ਹਦਰਤ ਪਾਇਓ ਮਾਨ, ਸੇਵਿਆ ਗੁਰ ਪਰਵਾਰ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਾਸੋਂ ਹਦਰਤ ਹਜ਼ੂਰੋਂ ਕੋਲੋਂ ਆਦਰ ਪਾਇਆ ਹੈ, ਮਾਣ ਪਾਇਆ ਹੈ। ਗੁਰੂ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਦੀ ਤੁਸੀਂ ਸੇਵਾ ਕਰਕੇ ਪ੍ਰਵਾਨ ਹੋ ਜਾਣਾ ਕੀਤਾ ਹੈ। ਚਰਨਾਂ ਨੂੰ ਮਹਾਰਾਜ ਸਾਹਿਬ ਜੀ ਆਪ ਜੀ ਨੇ ਪ੍ਰਵਾਨ ਨੀਕ ਹੋ ਜਾਣਾ ਕੀਤਾ ਹੈ। ਪ੍ਰਵਾਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਸੇਵ ਕੇ ਮਾਣ ਪ੍ਰਾਪਤ ਕੀਤਾ ਹੈ। ਸਾਧ ਅਜਗਰ ਜਿਨ ਕੀਆ ਉਨਮਾਨ। ਆਪ ਜੀ ਨੇ ਸਤਿਗੁਰੂ ਉਨਮਾਨ ਵਿਚਾਰ ਕਰਕੇ ਜਿਹੜਾ ਅਜਗਰ ਨਾਮ ਹੈ ਅਸਰਾਲ ਦਾ, ਵੱਡੇ ਸੱਪ ਦਾ, ਅਜਗਰ ਸੱਪ ਦੀ ਤਰ੍ਹਾਂ ਜਿਹੜਾ ਹੰਕਾਰ ਨੂੰ ਸਾਧ ਲੈਣਾ ਕੀਤਾ ਹੈ, ਰੋਕ ਲੈਣਾ ਕੀਤਾ ਹੈ, ਟਿਕਾ ਲੈਣਾ ਕੀਤਾ। ਹੰਕਾਰ ਨੂੰ ਤੁਸੀਂ ਮਹਾਰਾਜ ਸਾਹਿਬ ਜੀ ਸਾਧ ਲਿਆ ਹੈ।
ਆਪ ਜੀ ਦੇ ਅਧੀਨ ਕਰ ਲੈਣਾ ਕੀਤਾ ਹੈ। ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ। ਆਪ ਜੀ ਗੁਰੂ ਨਾਨਕ ਸਾਹਿਬ ਜੋ ਹਰੀ ਪਰਮੇਸ਼ਰ ਸਰੂਪ ਹੈ ਉਹਦੇ ਦਰਸ਼ਨ ਵਿੱਚ ਹੀ ਸਮਾ ਗਏ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਅੰਗਦ ਗੁਰੂ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਦੇ ਅੰਗ ਹੀ ਬਣ ਗਏ ਹਨ। ਹਰ ਹਰ ਦਰਸ ਸਮਾਨ, ਆਪ ਜੀ ਦਾ ਦਰਸ਼ਨ ਹਰੀ ਪਰਮਾਤਮਾ ਦੇ ਦਰਸ਼ਨ ਸਮਾਨ ਹੀ ਹੈ, ਵਾਹਿਗੁਰੂ ਦੇ ਦਰਸ਼ਨ ਵਰਗਾ ਹੀ ਹੈ। ਤੇ ਮਹਾਰਾਜ ਸਾਹਿਬ ਜੀ ਆਤਮਾ ਗਿਆਨਵੰਤ, ਇੱਥੇ ਵੰਤ ਗਿਆਨ ਲਿਖਿਆ ਹੈ, ਅਰਥ ਬਣੇਗਾ ਆਪ ਜੀ ਗਿਆਨਵੰਤ ਹੋ। ਭਾਵ ਕਿ ਸਤਿਗੁਰੂ ਆਪ ਜੀ ਹਮੇਸ਼ਾ ਹੀ, ਸਤਿਗੁਰੂ ਆਪ ਜੀ ਦਾ ਮਨ ਜਿਹੜਾ ਹੈ, ਆਤਮਾ ਜਿਹੜਾ ਹੈ, ਇਹ ਬ੍ਰਹਮ ਗਿਆਨ ਵਾਲਾ ਹੈ। ਬ੍ਰਹਮ ਗਿਆਨ ਦੇ ਧਾਰਨੀ ਹੋ ਤੁਸੀਂ। ਜਾਣੀ ਅਕਲ ਗਤ ਗੁਰ ਪਰਵਾਨ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪ ਜੀ ਨੇ ਪ੍ਰਵਾਨ ਜਿਹੜਾ ਨਿਸ਼ਚਾ ਧਾਰਨ ਕਰਕੇ ਸਤਿਗੁਰੂ ਅਕਲ, ਕਲਪਨਾ ਤੋਂ, ਆਕਲ ਭਾਵ ਕਲਪਨਾ ਤੋਂ ਰਹਿਤ ਜਿਹੜੀ ਹੈ ਨਾ, ਪਰਮਾਤਮਾ ਦੀ ਗਤ ਜਾਣ ਲਈ ਹੈ, ਪ੍ਰਾਪਤ ਕਰ ਲਈ ਹੈ। ਅਕਲ ਗਤ ਵਾਹਿਗੁਰੂ ਦੀ ਤੁਸੀਂ ਜਾਣ ਲਈ ਹੈ ਸਤਿਗੁਰੂ ਦੇ ਚਰਨਾਂ ਵਿੱਚ ਰਹਿ ਕਰਕੇ। ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸੁਥਾਨ। ਜਾ ਕੀ ਭਾਵ ਜਿਸ ਦੀ, ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਇਹ ਅਚਲ ਠਾਨ ਸਰੂਪ ਦੇ ਵਿੱਚ, ਆਤਮ ਸਰੂਪ ਨਿਜ ਸਰੂਪ ਦੇ ਵਿੱਚ ਟਿਕੀ ਹੋਈ ਹੈ। ਫਿਰ ਮਹਾਰਾਜ ਸਾਹਿਬ ਜੀ ਆਪ ਜੀ ਤਾਂ ਬਿਮਲ ਬੁੱਧ ਸੁਥਾਨ, ਜਿਹੜੀ ਨਿਰਮਲ ਬੁੱਧੀ ਹੈ ਉਹਦਾ ਆਪ ਜੀ ਘਰ ਹੋ, ਉਹਦਾ ਸਥਾਨ, ਉਹਦਾ ਟਿਕਾਣਾ ਹੋ ਸੱਚੇ ਪਾਤਸ਼ਾਹ ਜੀ। ਪਹਿਰ ਸੀਲ ਸਨਾਹੋ ਸਖਤ ਬਿਦਾਰ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਸੀਲ ਨਾਮ ਹੈ ਜਤ, ਜਤ ਸਤ ਰੂਪੀ ਆਪ ਜੀ ਨੇ ਸਨਾਹੋ ਸੰਜੋਗ ਪਹਿਨਣਾ ਕੀਤਾ ਹੋਇਆ ਹੈ। ਇਹ ਵੀ ਅਰਥ ਸਮਝਣਾ ਸੀਲ ਸੁਭਾਅ ਦੇ ਨਾਲ, ਸੀਲ ਸੁਭਾਅ ਰੂਪੀ ਆਪ ਜੀ ਨੇ ਸੰਜੋਗ, ਜਿਵੇਂ ਸੂਰਮੇ ਲੋਹੇ ਦਾ ਕੋਟ ਵਰਦੀ ਪਹਿਨਦੇ ਹਨ ਉਹਨੂੰ ਸੰਜੋਗ ਕਿਹਾ ਜਾਂਦਾ ਹੈ। ਕੋਈ ਵਾਰ ਨਹੀਂ ਹੁੰਦਾ, ਤੀਰ ਨਹੀਂ ਵੱਜਦਾ, ਬਰਸ਼ਾ ਨਹੀਂ ਵੱਜਦਾ, ਤਲਵਾਰ ਨਹੀਂ ਵੱਜਦੀ। ਇਵੇਂ ਸੀਲ ਸੁਭਾਅ ਰੂਪੀ ਆਪ ਜੀ ਨੇ ਸਨਾਹੋ ਸੰਜੋਗ ਪਹਿਨਣਾ ਕੀਤਾ ਹੋਇਆ ਹੈ। ਤੇ ਸਖਤ ਵਿਦਾਰ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ, ਮਾਇਆ ਰੂਪ ਦੀ ਜਿਹੜੀ ਸ਼ਕਤੀ ਹੈ, ਮਾਇਆ ਦੀ ਵੱਡੀ ਸ਼ਕਤੀ, ਉਹਨੂੰ ਵਿਦਾਰ ਬਦੀਰਨ ਕਰ ਦਿੱਤਾ ਹੈ, ਦੂਰ ਕਰ ਦਿੱਤਾ ਹੈ। ਮਾਇਆ ਜਿਹੜੀ ਹੈ ਛੇ ਕੋਹ ਪਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੋਂ ਰਹਿੰਦੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਸੁਭਾਅ ਕਿੰਨਾ ਸੀਲ ਸੀ ਕਿ ਸਤਿਗੁਰੂ ਦਾ ਵਿਰੋਧ ਕਈਆਂ ਨੇ ਕੀਤਾ ਸਾਧ ਸੰਗਤ ਨੂੰ। ਖਡੂਰ ਸਾਹਿਬ ਦੀ ਧਰਤੀ 'ਤੇ ਮਹਾਰਾਜ ਸਾਹਿਬ ਰਹਿੰਦੇ, ਜਿਹੜੇ ਖਹਿਰੇ ਜੱਟ ਸੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਮੀਂਹ ਨਹੀਂ ਸਾਡੇ ਪਿੰਡ ਵਿੱਚ ਪੈ ਰਿਹਾ, ਅਤੇ ਮੀਂਹ ਨਾ ਪੈਣ ਦਾ ਕਾਰਨ ਤੁਸੀਂ ਹੀ ਹੋ, ਤੁਸੀਂ ਇੱਥੋਂ ਚਲੇ ਜਾਓ, ਮੀਂਹ ਪਵੇਗਾ। ਇੱਕ ਤਵੇ ਦੇ ਪਿੱਛੇ ਲੱਗ ਕਰਕੇ, ਸਾਧ ਪਿੱਛੇ ਲੱਗ ਕਰਕੇ ਇਹ ਕੰਮ ਕੀਤਾ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਪਲੰਗਾ ਮਹਾਰਾਜ ਦਾ ਬਾਹਰ ਕੱਢ ਦਿੱਤਾ, ਸਤਿਗੁਰੂ ਚਲੇ ਗਏ। ਤਾਂ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਸਨ, ਸੀਲ ਸੁਭਾਅ ਸੀ ਮਹਾਰਾਜ ਦਾ। ਆਪ ਜੀ ਨੇ ਮਹਾਰਾਜ ਸਖਤ ਵਿਦਾਰ, ਮਾਇਆ ਦੀ ਸ਼ਕਤੀ ਨੂੰ ਵਿਦਾਰ ਦਿੱਤਾ ਹੈ, ਪਰਾਂ ਕਰ ਦਿੱਤਾ ਹੈ। ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ ਮੇਰੇ ਪਿਤਾ ਸਤਿਗੁਰੂ ਦੀ, ਮੇਰੇ ਦਾਤੇ ਦੀ ਤੋਹੀਨ ਕੀਤੀ ਇਹਨਾਂ ਨੇ, ਇਹ ਸਾਧ ਨੇ, ਪਖੰਡੀ ਨੇ, ਤਪੇ ਨੇ। ਤਾਂ ਬਚਨ ਕਰ ਦਿੱਤਾ, ਮੀਂਹ ਤਾਂ ਅਜੇ ਵੀ ਨਹੀਂ ਸੀ ਪਿਆ, ਅਤੇ ਕਹਿੰਦੇ ਮੀਂਹ ਹੁਣ ਪਵੇਗਾ, ਜੇ ਖਹਿਰੇ ਜੱਟੋ ਤੁਸੀਂ ਆਪਣੇ ਖੇਤ ਵਿੱਚ ਇਹਨੂੰ ਲੈ ਕਰਕੇ ਜਾਓਗੇ। ਤੀਸਰੇ ਪਾਤਸ਼ਾਹ ਜੀ ਉਦੋਂ ਸੇਵਾ ਕਰਦੇ ਹੁੰਦੇ ਸੀ। ਜਦੋਂ ਇਹ ਬਚਨ ਕੀਤਾ, ਜ਼ਿਮੀਂਦਾਰ ਜਿਹੜੇ ਸੀ ਉਹ ਆਪਣੇ ਲਾਲਚ ਵਿੱਚ ਸੀ, ਉਹਨਾਂ ਨੇ ਫਿਰ ਚੰਗਾ ਤਪੇ ਨੂੰ ਘੁਮਾਇਆ, ਲੱਤਾਂ ਜਿਹੜੀਆਂ ਪੁੱਟ ਸੁੱਟੀਆਂ ਮਾਰ ਦਿੱਤਾ, ਸਾਰੇ ਖੇਤਾਂ ਵਿੱਚ ਲੈ ਗਏ, ਜਿੱਥੇ ਵੀ ਹੱਡੀ ਪਹੁੰਚਦੀ ਉੱਥੇ ਹੀ ਮੀਂਹ ਪੈਣ ਲੱਗ ਪੈਂਦਾ। ਤਾਂ ਸਤਿਗੁਰੂ ਨੂੰ ਪਤਾ ਲੱਗਾ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਜਦੋਂ ਆ ਕੇ ਮਿਲੇ, ਦਰਸ਼ਨਾਂ ਵਾਸਤੇ ਆਏ, ਮਹਾਰਾਜ ਨੇ ਪਿੱਠ ਕਰ ਦਿੱਤੀ, ਮੂੰਹ ਘੁਮਾ ਲਿਆ ਮੁੱਖ। ਫਿਰ ਦੂਜੇ ਪਾਸੇ ਨਮਸਕਾਰ ਕਰਨ ਲੱਗੇ, ਉੱਧਰੋਂ ਵੀ ਮੁੱਖ ਘੁਮਾ ਕੇ ਪਿੱਠ ਕਰ ਦਿੱਤੀ। ਇਵੇਂ ਚਾਰੇ ਪਾਸਿਓਂ ਪਿੱਠ ਕਰ ਦਿੱਤੀ ਮਹਾਰਾਜ ਸਾਹਿਬ ਜੀ ਨੇ। ਤਾਂ ਕਹਿਣਾ ਕੀਤਾ, ਤੁਸੀਂ ਇਹ ਸ਼ਕਤੀ ਕਿਉਂ ਵਿਖਾਈ, ਸੀਲ ਸੁਭਾਅ ਵਿੱਚ ਕਿਉਂ ਨਹੀਂ ਰਹੇ, ਸਾਨੂੰ ਇਹ ਨਹੀਂ ਭਾਉਂਦਾ। ਤਾਂ ਬਾਬਾ ਬੁੱਢਾ ਸਾਹਿਬ ਜੀ ਵੀ ਕਹਿਣ ਲੱਗੇ, ਮਹਾਰਾਜ ਮੇਰੇ ਮਨ ਦੇ ਵਿੱਚ ਵੀ ਆਇਆ ਸੀ ਕਿ ਮੈਂ ਇਸ ਤਰ੍ਹਾਂ ਕੁਝ ਕਰਾਂ, ਪਰ ਫਿਰ ਮੈਂ ਰੁਕ ਗਿਆ ਕਿ ਸਤਿਗੁਰੂ ਮੈਨੂੰ ਵਰਜ ਦੇਣਗੇ। ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ,
ਮਹਾਰਾਜ ਅਗਾਂਹ ਤੋਂ ਐਸੀ ਕਰਾਮਾਤ ਨਹੀਂ ਦਿਖਾਉਂਦੇ। ਐਸਾ ਸੁਭਾਅ ਸੀ ਗੁਰੂ ਅੰਗਦ ਦੇਵ ਸਾਹਿਬ ਦਾ, ਸ਼ਕਤੀ ਨਹੀਂ ਸੀ ਦਿਖਾਇਆ ਕਰਦੇ। ਸ਼ਗਤ ਬਿਦਾਰ ਮਾਇਆ ਨੂੰ ਮਹਾਰਾਜ ਸਾਹਿਬ ਨੇ ਬਿਦਾਰ ਕਰਕੇ ਰੱਖਿਆ ਸੀ। ਸਤਿਗੁਰੂ ਕਹਿੰਦੇ ਰਿੱਧ ਸਿਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦਾ ਹੋਰ ਹੀ ਸਵਾਦ ਹੈ। ਅਤੇ ਇਹ ਮਾਇਆ ਦੀ ਹੀ ਇੱਕ ਸ਼ਕਤੀਆਂ ਨੇ। ਮਾਇਆ ਨੂੰ ਸਤਿਗੁਰੂ ਨੇ ਵਰਜ ਦਿੱਤਾ, ਦੂਰ ਕਰ ਦਿੱਤਾ, ਬਿਦਾਰ ਦਿੱਤਾ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਭੱਟ ਸਾਹਿਬ ਕਹਿ ਰਹੇ ਨੇ ਕਲ ਸਹਾਰ ਜੀ, ਸਤਿਗੁਰੂ ਦੀ ਵਡਿਆਈ ਕਰੋ। ਜੋ ਸਤਿਗੁਰੂ ਕਲ ਸਹਾਰ ਜਗਤ ਦਾ ਆਸਰਾ ਹਨ, ਸੱਤਾਂ ਦੀਪਾਂ ਦਾ ਹੀ ਆਸਰਾ ਹਨ ਮਹਾਰਾਜ ਸਾਹਿਬ ਜੀ। ਸੱਤਾਂ ਦੀਪਾਂ ਵਿੱਚ ਸਤਿਗੁਰੂ ਜਗਤ ਗੁਰੂ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਪਰਸ ਕਰਕੇ ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ ਪਾਪ ਪਰਨਾਸਨ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਦੋਂ ਤੁਸੀਂ ਕਿਸ ਉੱਪਰ ਵੀ ਆਪਣੀ ਕਿਰਪਾ ਦ੍ਰਿਸ਼ਟੀ ਧਾਰਦੇ ਹੋ, ਕਰ ਦਿੰਦੇ ਹੋ, ਤਾਂ ਮਹਾਰਾਜ ਕੀ ਬਖਸ਼ਿਸ਼ ਹੁੰਦੀ ਹੈ। ਉਹਦੇ ਹਿਰਦੇ ਰੂਪੀ ਘਰ ਦੇ ਵਿੱਚੋਂ, ਮੰਦਰ ਦੇ ਵਿੱਚੋਂ ਅਗਿਆਨਤਾ ਰੂਪੀ ਜਿਹੜਾ ਤਮ ਹਨੇਰਾ ਹੈ, ਉਸ ਨੂੰ ਹਰਨ ਨਾਸ਼ ਕਰ ਦਿੰਦੇ ਹੋ। ਦ੍ਰਿਸ਼ਟ ਧਰਤ ਤਮ ਹਰਨ, ਹਨੇਰਾ ਕਰ ਦਿੰਦੇ ਹੋ। ਦਹਿਨ ਅਗ ਪਾਪ ਪਰਨਾਸਨ, ਅਤੇ ਜਿਹੜੇ ਪਾਪ ਨੇ ਇਹਨਾਂ ਨੂੰ ਦਹਿਣ ਮਹਾਰਾਜ ਸਾਹਿਬ ਜੀ ਆਪ ਜੀ ਸਾੜ ਦਿੰਦੇ ਹੋ। ਜਾਂ ਜਿਹੜੇ ਪਾਪ ਇਸ ਜੀਵ ਨੂੰ, ਇਹਨਾਂ ਜੀਵਾਂ ਨੂੰ ਅਗ ਪਾਪ ਜਿਹੜੇ ਅੰਤःਕਰਨ ਨੂੰ ਦਹਿਣ ਸਾੜਨ ਵਾਲੇ ਨੇ, ਹਿਰਦਾ ਸਾੜਦੇ ਰਹਿੰਦੇ ਨੇ ਪਾਪ, ਉਹਨਾਂ ਨੂੰ ਆਪ ਸਤਿਗੁਰੂ ਸਾਹਿਬ ਜੀ ਪਰਨਾਸਨ ਭਲੀ ਪ੍ਰਕਾਰ ਨਾਸ਼ ਕਰ ਦਿੰਦੇ ਹੋ ਆਪਣੇ ਸੇਵਕਾਂ ਦੇ। ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਸੂਰ ਬਲਵੰਤ, ਸੂਰਜ ਦੀ ਤਰ੍ਹਾਂ ਬਲ ਵਾਲੇ ਹੋ, ਤਾਕਤ ਵਾਲੇ ਹੋ। ਵਿਸ਼ੇਸ਼ ਤੌਰ 'ਤੇ ਆਪ ਜੀ ਦੇ ਸ਼ਬਦ ਉਪਦੇਸ਼ ਰੂਪੀ ਸੂਰਜ ਦੇ ਬਲ ਨਾਲ ਮਹਾਰਾਜ ਕੀ ਬਖਸ਼ਿਸ਼ ਹੁੰਦੀ ਹੈ। ਕਾਮ ਅਤੇ ਕ੍ਰੋਧ ਜਿਹੜੇ ਨੇ, ਇਹਨਾਂ ਦਾ ਹਨੇਰਾ ਖਤਮ ਹੋ ਜਾਂਦਾ, ਮਿਟ ਜਾਂਦਾ ਹੈ। ਆਪ ਜੀ ਦਾ ਬਚਨ ਜਿਹੜਾ ਹੈ, ਸ਼ਬਦ ਜਿਹੜਾ ਹੈ, ਇਹ ਆਪ ਜੀ ਦੇ ਬਲਵੰਤ ਤਾਕਤਵਰ ਸੂਰਜ ਦੀ ਧੁੱਪ ਹੈ, ਕਿਰਨਾ ਹੈ। ਸ਼ਬਦ ਰੂਪੀ ਧੁੱਪ ਪਾ ਕਰਕੇ ਆਪਣੇ ਸਿੱਖਾਂ ਦੇ ਹਿਰਦਿਆਂ ਤੋਂ ਕਾਮ ਕ੍ਰੋਧ ਆਦਿਕ ਦਾ ਹਨੇਰਾ ਸਤਿਗੁਰੂ ਸਾਹਿਬ ਦੂਰ ਕਰ ਦਿੰਦੇ ਹੋ। ਸੂਰ ਆਪ ਜੀ ਸੂਰਬੀਰ ਸੂਰਮੇ ਹੋ। ਜੋ ਆਪ ਜੀ ਬਚਨ ਕਰਦੇ ਹੋ ਉਹ ਪੂਰੇ ਹੁੰਦੇ ਹਨ ਬਚਨ। ਸੂਰਬੀਰ ਬਚਨ ਕੇ ਬਲੀ ਹੋ ਮਹਾਰਾਜ। ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਤਪਾਲਨ। ਲੋਭ ਮੋਹ ਆਦਿਕ ਸਭ ਮਹਾਰਾਜ ਸਾਹਿਬ ਜੀ ਆਪ ਜੀ ਨੇ ਆਪਣੇ ਵਸੀਕਾਰ ਕੀਤੇ, ਅਧੀਨ ਕੀਤੇ ਹੋਏ ਹਨ। ਅਤੇ ਆਪਣੀ ਜਿਹੜੀ ਤੁਹਾਡੀ ਸ਼ਰਨ ਵਿੱਚ ਕੋਈ ਆ ਜਾਂਦਾ ਹੈ, ਸਤਿਗੁਰੂ ਸਾਹਿਬ ਜੀ ਜਿਹੜਾ ਵੀ ਜਾਚਕ ਮੰਗਤਾ ਬਣ ਕਰਕੇ ਆਉਂਦਾ ਹੈ, ਉਹਨੂੰ ਤੁਸੀਂ ਪ੍ਰਤਪਾਲਨ, ਉਹਦੀ ਪਾਲਣਾ ਕਰਦੇ ਹੋ, ਉਹਨੂੰ ਦਾਨ ਦਿੰਦੇ ਹੋ। ਜੋ ਵੀ ਆਪ ਜੀ ਕੋਲੋਂ ਬਖਸ਼ਿਸ਼ ਮੰਗਦਾ ਹੈ, ਆਤਮ ਰਤ ਸੰਗ ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ। ਫਿਰ ਮਹਾਰਾਜ ਸਾਹਿਬ ਆਪ ਜੀ ਭਲੀ ਪ੍ਰਕਾਰ ਹੀ ਆਤਮ ਰਤ ਪ੍ਰੇਮ ਨੂੰ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਭਲੀ ਪ੍ਰਕਾਰ ਸੰਗ੍ਰਹਿਣ ਇਕੱਠਾ ਕੀਤਾ ਹੋਇਆ ਹੈ। ਆਤਮਾ ਦੇ ਪ੍ਰੇਮ ਨੂੰ, ਆਤਮਾ ਦੇ ਆਨੰਦ ਨੂੰ ਗੁਰੂ ਸਾਹਿਬ ਜੀ ਦੇ ਪਾਸੋਂ। ਅਤੇ ਕਹਿਣ ਅੰਮ੍ਰਿਤ ਕਲ ਢਾਲਣ। ਆਪ ਜੀ ਦਾ ਜਿਹੜਾ ਬਚਨ ਕਹਿਣਾ ਹੈ ਨਾ, ਬਚਨ ਕਹਿਣ ਦਾ ਐਸਾ ਤਰੀਕਾ ਕਿ ਅੰਮ੍ਰਿਤ ਢਾਲਣ, ਅੰਮ੍ਰਿਤ ਨਾਲੋਂ ਵੀ ਕਲ ਨਾਮ ਹੈ ਸੁੰਦਰ ਹੈ ਆਪ ਜੀ ਦੇ ਬਚਨ। ਅੰਮ੍ਰਿਤ ਦੀ ਢਾਲ ਜਿਹੜੀ ਹੈ ਘਾੜਤ ਘੜੀ ਜਾਂਦੀ ਜਦੋਂ ਆਪ ਜੀ ਬਚਨ ਕਰਦੇ ਹੋ। ਜਿਵੇਂ ਅੰਮ੍ਰਿਤ ਚੱਲਦਾ ਹੁੰਦਾ, ਇਵੇਂ ਆਪ ਜੀ ਕੱਲ ਸੁੰਦਰ ਬਚਨ ਕਰਦੇ। ਆਪ ਜੀ ਦੀ ਜਿਹੜੀ ਬਾਣੀ ਹੈ, ਕਹਿਣਾ ਹੈ ਸ਼ਬਦ ਨੂੰ, ਇਸ ਤਰ੍ਹਾਂ ਅੰਮ੍ਰਿਤ ਵਾਂਗ ਕਰਦੇ ਹੋ। ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ, ਅੰਮ੍ਰਿਤ ਦੀ ਤਰ੍ਹਾਂ ਹੈ ਮਹਾਰਾਜ ਆਪ ਜੀ ਦੇ ਬਚਨ। ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਤਿਗੁਰੂ ਜੀ ਆਪ ਜੀ ਸੱਚੇ ਪਾਤਸ਼ਾਹ ਕਲ ਨਾਮੀ ਭੱਟ ਜੀ ਕਹਿ ਰਹੇ ਹਨ, ਸਤਿਗੁਰ ਤਿਲਕ। ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਤਿਲਕ ਹੋ, ਸੁੰਦਰ ਤਿਲਕ ਹੋ, ਗੁਰਤਾ ਗੱਦੀ ਦੇ ਚਿੰਨ੍ਹ ਹੋ। ਜਾਂ ਆਪ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ। ਸਤਿਗੁਰ ਤਿਲਕ, ਆਪ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤਿਲਕ ਟਿੱਕੇ ਹੋ, ਪੁੱਤਰ ਦੀ ਤਰ੍ਹਾਂ ਹੋ। ਗੁਰੂ ਸਾਹਿਬ ਮਹਾਰਾਜ
ਦੇ ਪੁੱਤਰ ਸਨ ਦੋ ਬਾਬਾ ਸਾਹਿਬ ਜੀ, ਜਿਨ੍ਹਾਂ ਦਾ ਆਪਣੇ ਸਿੱਖ ਜਗਤ ਵਿੱਚ ਬਹੁਤ ਸਤਿਕਾਰ ਹੈ, ਬਾਬਾ ਲਖਮੀ ਦਾਸ ਜੀ, ਬਾਬਾ ਸ਼੍ਰੀ ਚੰਦ ਜੀ। ਇਹ ਮਹਾਰਾਜ ਦੇ ਸਰੀਰ ਤੋਂ ਪੈਦਾ ਹੋਏ ਪੁੱਤਰ ਨੇ। ਪਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰੂ ਦੇ ਪੁੱਤਰ ਹਨ, ਭਗਤ ਪੁੱਤਰ, ਗੁਰਮਤਿ ਤੋਂ ਪੈਦਾ ਹੋਏ ਪੁੱਤਰ ਹਨ। ਇਸ ਕਰਕੇ ਸਤਿਗੁਰ ਤਿਲਕ ਹਨ। ਉਹ ਸਤਿਗੁਰੂ ਸਾਹਿਬ ਦੇ ਆਪ ਜੀ ਤਿਲਕ ਹੋ ਗੁਰਤਾ ਗੱਦੀ ਆਪ ਜੀ ਨੂੰ ਮਹਾਰਾਜ ਦਿੱਤੀ ਹੋਈ ਹੈ। ਸਤ ਨਿਸ਼ਚੇ ਸਹਿਤ ਮਹਾਰਾਜ ਆਪ ਜੀ ਦੇ ਜਿਹੜਾ ਚਰਨੀ ਲੱਗ ਜਾਂਦਾ ਹੈ ਨਾ, ਲਾਗੈ ਸੋ ਪੈ ਤਰੈ, ਜਿਹੜਾ ਪੈਰੀ ਚਰਨੀ ਲੱਗ ਜਾਂਦਾ ਉਹ ਤਰ ਜਾਂਦਾ ਹੈ ਸੰਸਾਰ ਸਮੁੰਦਰ ਤੋਂ। ਆਪ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਗੁਰੂ ਟਿੱਕੇ ਹੋ। ਗੁਰ ਜਗਤ ਫਿਰ ਨੀਸਹਿ ਅੰਗਰੋ, ਰਾਜ ਜੋਗ ਲਹਿਣਾ ਕਰੈ। ਬਾਬਾ ਫੇਰੂ ਜੀ ਫਿਰਨ ਸੀ। ਬਾਬਾ ਫੇਰੂ ਜੀ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਜੀ ਹਨ। ਬਾਬਾ ਫੇਰੂ ਜੀ ਦੇ ਸੀ ਸ਼ੇਰ ਪੁੱਤਰ ਹੋ ਗੁਰੂ ਅੰਗਰੋ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ। ਮਹਾਰਾਜ ਸਾਹਿਬ ਜੀ ਦਾ ਪਹਿਲਾ ਨਾਮ ਬਾਬਾ ਲਹਿਣਾ ਜੀ ਸੀ। ਰਾਜ ਜੋਗ ਲਹਿਣਾ ਕਰੇ। ਬਾਬਾ ਲਹਿਣਾ ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਜਗਤ ਗੁਰੂ ਸਤਿਗੁਰੂ ਜੀ ਰਾਜ ਜੋਗ, ਭਗਤੀ ਜੋਗ ਦਾ, ਗਿਆਨ ਜੋਗ ਦਾ ਆਨੰਦ ਜਿਹੜਾ ਹੈ ਰਾਜ ਭਾਗ ਇਹ ਕਰ ਰਹੇ ਹਨ। ਸਦਾ ਅਕਲ ਲਿਵ ਰਹਿ, ਕਰਨ ਸਿਉ ਇੱਛਾ ਚਾਰ ਹੈ। ਮਹਾਰਾਜ ਸਾਹਿਬ ਜੀ ਸਦਾ ਹਮੇਸ਼ਾ ਹੀ ਆਪ ਜੀ ਉਸ ਅਕਲ ਕਲਪਨਾ ਤੋਂ ਰਹਿਤ ਜੋ ਪਰਮਾਤਮਾ ਹੈ ਉਹਦੇ ਵਿੱਚ ਆਪ ਜੀ ਦੀ ਲਿਵ ਰਹਿ, ਬਿਰਤੀ ਲੱਗੀ ਰਹਿੰਦੀ ਹੈ। ਕਰਨ ਸਿਉ ਇੱਛਾ ਚਾਰ ਹੈ। ਅਤੇ ਜਿਹੜੀਆਂ ਮਹਾਰਾਜ ਸਾਹਿਬ ਜੀ ਕਰਨ ਆਪ ਜੀ ਦੀਆਂ ਕਰਨ ਇੰਦਰੇ ਆਦਿਕ ਨੇ, ਇਹ ਆਪ ਜੀ ਦੇ ਅਧੀਨ ਇੱਛਾ ਦੇ ਅਨੁਸਾਰ ਹੀ ਚੱਲਦੇ ਹਨ। ਜਦੋਂ ਮਹਾਰਾਜ ਸਾਹਿਬ ਜੀ ਆਪਣੀ ਪ੍ਰੇਰਨਾ ਦੇ ਅਨੁਸਾਰ ਤੁਸੀਂ ਇਹਨਾਂ ਨੂੰ ਪ੍ਰੇਰਦੇ ਹੋ ਕਰਮ ਕਰਾਉਣ ਵਾਸਤੇ, ਫੇਰ ਹੀ ਇਹ ਚੱਲਦੇ ਨੇ। ਨਹੀਂ ਤਾਂ ਆਪ ਜੀ ਦੀ ਇੱਛਾ ਤੋਂ ਬਿਨਾਂ ਆਪ ਜੀ ਦੇ ਕਰਨ ਜਿਹੜੇ ਹਨ ਇਹ ਇੰਦਰੇ ਨਹੀਂ ਚੱਲਦੇ। ਸਾਡੇ ਤਾਂ ਸਾਧ ਸੰਗਤ ਇੰਦਰੇ ਮਨ ਅਧੀਨ ਨੇ, ਮਨ ਜਿੱਦਾਂ ਪ੍ਰੇਰਦਾ ਉਵੇਂ ਹੀ ਕਰਦੇ। ਪਰ ਸਤਿਗੁਰੂ ਸਾਹਿਬ ਜੀ ਨੇ ਇੰਦਰੀਆਂ ਨੂੰ ਜਿੱਤਿਆ ਹੋਇਆ ਹੈ, ਮਨ ਵੀ ਜਿੱਤਿਆ ਹੋਇਆ। ਸਤਿਗੁਰੂ ਦੀ ਆਪ ਜੀ ਤੋਂ ਆਗਿਆ ਤੋਂ ਬਿਨਾਂ ਇਹ ਵੀ ਨਹੀਂ ਕੁਝ ਕਰਦੇ, ਅਧੀਨ ਕੀਤਾ ਹੋਇਆ ਹੈ ਆਪ ਜੀ ਨੇ। ਦ੍ਰੋਮ ਸਪੂਰ ਜਿਉ ਨਿਵੈ, ਖਵੈ ਕਸ ਬਿਮਲ ਵਿਚਾਰ ਹੈ। ਜਿਵੇਂ ਫਲਾਂ ਦੇ ਨਾਲ ਸਪੂਰ ਸੰਪੂਰਨ ਹੋਇਆ, ਦ੍ਰੋਮ ਜਿਹੜਾ ਬ੍ਰਿਸ਼ ਹੈ ਇਹ ਨਿਵ ਜਾਂਦਾ। ਜਦੋਂ ਦਰਖਤਾਂ ਨੂੰ ਫਲ ਲੱਗਦੇ, ਪੱਕ ਜਾਂਦੇ, ਉਹ ਨਿਵ ਜਾਂਦੇ ਨੇ ਕਿ ਲੋਕ ਛਕ ਲੈਣ ਸਾਡੇ ਤੋਂ, ਪਰ ਉਪਕਾਰ ਕਰਦੇ ਨੇ ਉਹ। ਜਿਵੇਂ ਦਰਖਤ ਮਹਾਰਾਜ ਸਪੂਰ ਸੰਪੂਰਨ ਹੋਇਆ ਦ੍ਰੋਮ, ਇਹ ਨਿਵਦਾ ਹੈ। ਇਵੇਂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਵੀ ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਨਿਵੇ ਹੋਏ ਹੋ। ਅਤੇ ਖਵੈ ਨਿਮਰਤਾ ਵੀ ਰੱਖਦਾ ਹੈ, ਅਤੇ ਖਵੇ ਫਿਰ ਸਹਾਰਨ ਦਾ ਵੀ ਗੁਣ ਰੱਖਦਾ ਹੈ। ਜੇ ਕੋਈ ਉਹਨਾਂ ਨੂੰ ਰੋੜੇ ਤੱਕ ਵੀ ਮਾਰਦਾ ਦਰਖਤਾਂ ਨੂੰ, ਉਹਨੂੰ ਵੀ ਫਲ ਦੇ ਦਿੰਦੇ ਹਨ। ਇਵੇਂ ਸੱਚੇ ਪਾਤਸ਼ਾਹ ਆਪ ਜੀ ਨਿਮਰਤਾ ਔਰ ਖਵਣਤਾ ਦੇ ਦੋਵੇਂ ਖਵੈ ਗੁਣ ਵੀ ਧਾਰਨ ਕੀਤਾ ਹੋਇਆ ਹੈ। ਕਿਸੇ ਨੂੰ ਮਹਾਰਾਜ ਤੁਸੀਂ ਕੁਝ ਨਹੀਂ ਕਹਿੰਦੇ, ਇੰਨੇ ਨਿਰਮਾਣ ਕਿਰਪਾਲੂ ਹੋ ਮਹਾਰਾਜ, ਨਿਰਮਾਣਤਾ ਦੇ ਭਰੇ ਹੋਏ ਹੋ। ਫਿਰ ਮਹਾਰਾਜ ਆਪ ਜੀ ਜਿਹੜੇ ਬਿਮਲ ਨਿਰਮਲ ਵਿਚਾਰ ਵਾਲੇ ਹੋ ਮਹਾਰਾਜ ਸਾਹਿਬ ਜੀ, ਸ਼ਕਤੀਆਂ ਰੂਪ ਫਲਾਂ ਨੂੰ ਪਾ ਕਰਕੇ ਨਿਮਰੀ ਭੂਤ ਹੋ, ਨਿਮਰਤਾ ਵਿੱਚ ਰਹਿੰਦੇ ਹੋ। ਸੰਸਾਰੀ ਜੀਵਾਂ ਦੀਆਂ ਖੇਚਲਾਂ ਨੂੰ ਮਹਾਰਾਜ ਸਾਹਿਬ ਜੀ ਖਵੈ ਸਹਾਰ ਦਿਓ। ਐਸੀ ਆਪ ਜੀ ਦੀ ਜਿਹੜੀ ਸਤਿਗੁਰੂ ਸਾਹਿਬ ਜੀ ਨਿਰਮਲ ਮਤ ਹੈ। ਇਹ ਤਤ ਜਾਣਿਓ ਸਰਬਗਤ ਅਲਖ ਬਿਡਾਣੀ। ਇਹ ਆਪ ਜੀ ਨੇ ਸਤਿਗੁਰੂ ਤਤ ਭੇਦ ਨੂੰ ਜਾਣ ਲਿਆ ਹੈ, ਸਮਝ ਲਿਆ ਹੈ। ਕੀ ਜਾਣ ਲਿਆ ਹੈ ਮਹਾਰਾਜ ਸਾਹਿਬ ਜੀ? ਸਰਬਗਤ ਅਲਖ ਬਿਡਾਣੀ, ਕਿ ਬਿਡਾਣੀ ਜੋ ਅਚਰਜ ਰੂਪ ਪਰਮਾਤਮਾ ਹੈ, ਅਲਖ ਲਖਿਆ ਨਹੀਂ ਜਾਂਦਾ। ਉਹ ਸਾਰਿਆਂ ਦੇ ਵਿੱਚ ਗਤ ਹੈ, ਭਾਵ ਕੇ ਪ੍ਰਾਪਤ ਹੈ, ਹਰ ਜਗ੍ਹਾ ਹੋ ਪਰਿਪੂਰਨ ਹੈ ਪਰਮੇਸ਼ਰ, ਕਿਤੇ ਵੀ ਉਹ ਕਿਸੇ ਤੋਂ ਦੂਰ ਨਹੀਂ ਹੈ। ਆਪ ਜੀ ਨੇ ਜਾਣ ਲਿਆ ਹੈ। ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਹਿਜ ਭਾਏ ਸੁਤੇ ਸਿੱਧ ਹੀ। ਸਿੱਖਾਂ ਦੇ ਹਿਰਦਿਆਂ ਦੇ ਵਿੱਚ ਬਾਣੀ ਜਿਹੜੀ ਹੈ ਨਾ, ਬਾਣੀ ਰੂਪ ਕਲ ਕਿਰਨ, ਸੁੰਦਰ ਕਿਰਨਾਂ ਦੇ ਦੁਆਰਾ ਆਪ ਜੀ ਨੇ ਕੀ ਬਖਸ਼ਿਸ਼ ਕੀਤਾ ਹੈ? ਸੰਚਿਓ, ਅੰਮ੍ਰਿਤ ਰੂਪੀ ਨਾਮ ਨੂੰ ਸੰਚਿਓ, ਸਿਰਜਣਾ ਕੀਤਾ ਹੈ। ਆਪ ਜੀ ਨੇ ਜਿਵੇਂ ਚੰਦਰਮਾ ਜਿਹੜਾ ਹੈ
ਉਹ ਸਾਧ ਸੰਗਤ ਕੁੱਲ ਜਹਾਨ ਦੀ ਪ੍ਰਕਿਰਤੀ ਨੂੰ ਆਪਣਾ ਅੰਮ੍ਰਿਤ ਦਿੰਦਾ ਹੈ, ਮਿਠਾਸ ਦਿੰਦਾ ਹੈ, ਸ਼ਾਂਤੀ ਦਿੰਦਾ ਹੈ। ਆਪ ਜੀ ਨੇ ਵੀ ਮਹਾਰਾਜ ਸੁੱਤੇ ਸਿੱਧ ਹੀ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਬਾਣੀ ਦਾ ਮਹਾਰਾਜ ਕਿਰਨਾਂ ਪਾ ਕਰਕੇ ਅੰਮ੍ਰਿਤ ਰੂਪੀ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਇਹ ਸਿੰਜਣਾ ਕੀਤਾ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਚੰਦਰਮਾ ਰੂਪੀ ਹੋ ਕਰਕੇ ਗੁਰਗਮ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਾਹਜ ਲਿਓ। ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ ਗਿਆਨ ਗਮ, ਗਿਆਨ ਪ੍ਰਾਪਤ ਕਰਨ ਵਾਲੇ, ਉਹਨਾਂ ਦੇ ਤੁਸੀਂ ਪ੍ਰਮਾਣ ਬਰਾਬਰ ਹੋ, ਉਹਨਾਂ ਦੇ ਸਦਰਸ਼ ਹੋ। ਉਹਨਾਂ ਸਮਾਨ ਹੀ ਆਪ ਜੀ ਨੇ ਗਿਆਨ ਆਨੰਦ ਪ੍ਰਾਪਤ ਕਰਨਾ ਕੀਤਾ ਹੈ। ਸਤ ਸੰਤੋਖ ਗ੍ਰਾਹਜ ਲਿਓ, ਸਤ ਸੰਤੋਖ ਧੀਰਜ ਧਰਮ ਵਿਚਾਰ ਆਦਿਕ ਜਿਹੜੇ ਸ਼ੁਭ ਗੁਣ ਹਨ ਉਹਨਾਂ ਨੂੰ ਆਪ ਜੀ ਨੇ ਗ੍ਰਾਹਜ ਨਾਮ ਹੈ ਗ੍ਰਹਿਣ ਦਾ ਲਿਓ ਪ੍ਰਾਪਤ ਕਰ ਲੈਣਾ ਕੀਤਾ ਹੈ ਜੀ। ਹਰ ਪਰਸਿਓ ਕਲ ਸਮੁੱਲਵੈ, ਜਨ ਦਰਸ਼ਨ ਲਹਿਣੇ ਭਇਓ। ਕਲ ਨਾਮੀ ਭੱਟ ਜੀ ਇਹ ਸਵਈਏ ਚਾਰਨ ਕਰ ਰਹੇ ਨੇ। ਪਹਿਲਾਂ ਕਲ ਸਹਾਰ ਜੀ ਸਨ, ਹੁਣ ਕਲ ਨਾਮੀ ਭੱਟ ਜੀ ਕਹਿ ਰਹੇ ਹਨ। ਕਲ ਭੱਟ ਕਹਿੰਦੇ ਸਮੁੱਲਵੈ, ਸਮੁੱਲਵੈ ਭਾਵ ਕਿ ਭਲੀ ਪ੍ਰਕਾਰ ਮੈਂ ਕਹਿ ਰਿਹਾ ਹਾਂ, ਉਚਾਰਨ ਕਰ ਰਿਹਾ ਹਾਂ ਕਿ ਜਿਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਦਰਸ਼ਨ, ਜਿਨ੍ਹਾਂ ਨੂੰ ਸਤਿਗੁਰੂ ਦਾ ਪ੍ਰਾਪਤ ਹੋਇਆ ਹੈ ਨਾ, ਪ੍ਰਾਪਤ ਕਰ ਲਿਆ ਹੈ, ਉਹਨਾਂ ਨੇ ਕੀ ਪ੍ਰਾਪਤ ਕੀਤਾ? ਹਰ ਪਰਸੇ ਉਹਨਾਂ ਨੂੰ ਰੱਬ ਪ੍ਰਾਪਤ ਹੋ ਗਿਆ ਹੈ, ਵਾਹਿਗੁਰੂ ਪਰਮਾਤਮਾ ਮਿਲ ਚੁੱਕਾ ਹੈ। ਦੁਬਾਰਾ ਸਮਝੋ, ਹਰ ਪਰਸਿਓ ਕਲ ਸਮੁੱਲਵੈ। ਹੁਣ ਇਹਦੇ ਅਰਥ ਬਣ ਗਏ ਕਲ ਸਮੁੱਲਵੈ। ਕਲ ਭੱਟ ਜੀ ਕਹਿ ਰਹੇ ਹਨ ਜਨ ਦਰਸ਼ਨ ਲੈਣੇ ਭਇਓ ਹਰ ਪਰਸਿਓ। ਜਿਨ੍ਹਾਂ ਨੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਬਾਬਾ ਲਹਿਣਾ ਜੀ ਦਾ ਦਰਸ਼ਨ ਕਰ ਲਿਆ, ਉਹਨਾਂ ਨੇ ਹਰ ਪਰਸਿਓ ਪਰਮਾਤਮਾ ਹੀ ਪ੍ਰਾਪਤ ਕਰ ਲਿਆ ਹੈ। ਗੁਰੂ ਅੰਗਦ ਦੇਵ ਸਾਹਿਬ ਵਿੱਚ ਪ੍ਰਭੂ ਵਿੱਚ ਕੋਈ ਭੇਦ ਨਹੀਂ ਹੈ। ਮਨ ਵਿਸਾਸ ਪਾਇਓ, ਗਹਿਰ ਗੋ ਹਦਰਤ ਦਿਓ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਜਿਸ ਕਰਕੇ ਤੁਸੀਂ ਆਪਣੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਵਿਸ਼ਵਾਸ ਭਰੋਸਾ ਪਾਇਆ ਹੈ, ਵਿਸ਼ਵਾਸ ਸ਼ਰਧਾ ਪਰਪੱਕ ਪਾਈ ਹੈ। ਪਾਵੋ ਕੌਣ ਹੈ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਾਸੋਂ ਇਹ ਦਾਤ ਪਾਈ ਹੈ। ਹਜ਼ਰਤ ਮਹਾਰਾਜ ਸਾਹਿਬ ਜੀ ਆਪ ਜੀ ਫਿਰ ਉਹਨਾਂ ਦੇ ਪਾਸੋਂ, ਉਹਨਾਂ ਦੇ ਕੋਲੋਂ, ਉਹਨਾਂ ਦੇ ਹਜ਼ੂਰੋਂ ਪ੍ਰਾਪਤ ਇਹ ਦਾਤ ਮਿਲੀ ਹੈ। ਅਤੇ ਆਪ ਜੀ ਨੇ ਫਿਰ ਮਹਾਰਾਜ ਗਹਿਰ ਡੂੰਘੇ ਪ੍ਰਮਾਤਮਾ ਦਾ ਗਹੁ ਪ੍ਰਾਪਤ ਕਰ ਲਿਆ ਹੈ। ਮਨ ਦੇ ਵਿੱਚ ਤੁਹਾਨੂੰ ਵਿਸ਼ਵਾਸ ਭਰੋਸਾ ਹੋਇਆ ਗੁਰੂ ਸਾਹਿਬ ਜੀ ਦੇ ਉੱਪਰ, ਅਤੇ ਉਸੇ ਵਿਸ਼ਵਾਸ ਦੇ ਸਹਿਤ ਹੀ ਤੁਸੀਂ ਹਜ਼ਰਤ ਮਹਾਰਾਜ ਦੇ ਹਜ਼ੂਰੋਂ ਗਹਿਰ ਗੰਭੀਰ ਪ੍ਰਮਾਤਮਾ ਦਾ ਗਹੁ ਪਾ ਲੈਣਾ ਕੀਤਾ ਹੈ, ਗ੍ਰਹਿਣ ਕਰ ਲੈਣਾ ਕੀਤਾ ਪ੍ਰਮਾਤਮਾ ਨੂੰ। ਗਰਲ ਨਾਸ ਤਨ ਨਠਿਓ, ਅਮਿਓ ਅੰਤਰਗਤ ਪੀਓ। ਤਮਾਮ ਸੰਸਾਰ ਦੇ ਜਿਹੜੇ ਇਹ ਜੀਵ ਨੇ, ਲੋਕ ਹਨ, ਇਹਨਾਂ ਨੂੰ ਮਹਾਰਾਜ ਸਾਹਿਬ ਜਿਹੜੀ ਆ ਵਿਸ਼ਿਆਂ ਰੂਪੀ ਗਰਲ ਨਾਮ ਹੈ ਵੇਹੋ ਦਾ, ਜ਼ਹਿਰ ਦਾ। ਇਹ ਜਿਹੜੀ ਜ਼ਹਿਰ ਹੈ ਇਹ ਮਹਾਰਾਜ ਸਾਹਿਬ ਜੀ ਇਹਨਾਂ ਦੇ ਸਰੀਰਾਂ ਦੇ ਵਿੱਚੋਂ ਨਸ ਗਈ ਹੈ ਆਪ ਜੀ ਦੀ ਕਿਰਪਾ ਕਰਕੇ। ਵਿਸ਼ਿਆਂ ਦੀ ਜ਼ਹਿਰ ਸਤਿਗੁਰੂ ਆਪ ਜੀ ਨੇ ਦੂਰ ਕਰ ਦਿੱਤੀ ਆਪਣੇ ਸਿੱਖਾਂ ਦੀ। ਅਤੇ ਅਮਿਓ ਅੰਤਰਗਤ ਪਾਇਓ ਪੀਓ। ਜਿਹੜਾ ਅੰਮ੍ਰਿਤ ਹੈ ਇਹ ਅੰਤਰਗਤ ਅੰਤःਕਰਨ ਦੇ ਵਿੱਚ ਮਹਾਰਾਜ ਬ੍ਰਹਮਾਨੰਦ ਰੂਪੀ ਅੰਮ੍ਰਿਤ ਆਪ ਜੀ ਨੇ ਪੀਣਾ ਕੀਤਾ, ਅਤੇ ਜਿਹੜੀ ਵਿਸ਼ਿਆਂ ਦੀ ਜ਼ਹਿਰ ਹੈ ਉਹ ਨਾਸ਼ ਹੋ ਗਈ ਹੈ। ਇਹ ਦੋਨੇ ਪ੍ਰਕਾਰ ਅਰਥ ਲਾਉਣਾ ਕਿ ਗੁਰੂ ਸਾਹਿਬ ਜੀ ਆਪ ਜੀ ਦਾ ਜਿਹੜਾ ਇਹ ਗਰਲ ਸੀ ਨਾ, ਭਾਵ ਕਿ ਵਿਸ਼ਿਆਂ ਦੀ ਜਿਹੜੀ ਅਨੇਕਾਂ ਜੀਵਾਂ ਨੂੰ ਇਹ ਤੰਗ ਕਰਨ ਵਾਲੀ ਜ਼ਹਿਰ ਹੈ, ਆਪ ਜੀ ਤੋਂ ਦੂਰ ਹੈ, ਅਤੇ ਅੰਮ੍ਰਿਤ ਰੂਪੀ ਨਾਮ ਤੁਸੀਂ ਪ੍ਰਾਪਤ ਕਰ ਲਿਆ ਹੈ ਹਿਰਦੇ ਦੇ ਵਿੱਚ। ਫਿਰ ਦੂਜਾ ਅਰਥ ਕਹਿਣਾ, ਸੰਸਾਰ ਦੇ ਜੀਵਾਂ ਨੂੰ ਤੁਸੀਂ ਮਹਾਰਾਜ ਅੰਤਰਗਤ ਨਾਮ ਦਿੱਤਾ ਹੈ, ਪੀਓ ਪ੍ਰਾਪਤ ਕਰਵਾ ਦਿੱਤਾ ਹੈ, ਪਿਆ ਦਿੱਤਾ ਹੈ, ਅਤੇ ਗਰਲ ਨਾਸ਼ ਇਹ ਜ਼ਹਿਰ ਨਾਸ਼ ਕਰ ਦਿੱਤੀ ਹੈ। ਰਿਦ ਵਿਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ। ਮਹਾਰਾਜ ਸਾਹਿਬ ਜੀ ਅਲਖ ਰੂਪ ਪਰਮਾਤਮਾ ਵਾਹਿਗੁਰੂ ਨੇ ਸਾਰੇ ਹੀ ਯੁੱਗਾਂ ਦੇ ਅੰਦਰ ਆਪਣੀ ਜਿਹੜੀ ਕਲ ਸੱਤਾ ਸ਼ਕਤੀ ਧਾਰੀ ਹੋਈ ਹੈ। ਕਲ ਧਰੀ, ਅਲਖ ਕਲ ਧਰੀ ਜੁਗੰਤਰ। ਅਲਖ ਪਰਮਾਤਮਾ ਨੇ ਆਪਣੀ ਕਲ ਸ਼ਕਤੀ ਜੁਗ ਅੰਤਰ, ਜੁਗੋ ਜੁਗ ਆਦਿ ਤੋਂ ਹੀ ਧਰੀ ਹੋਈ ਹੈ।
ਤੇ ਉਸ ਪਰਮਾਤਮਾ ਦਾ ਵਿਗਾਸ ਜਿਹੜਾ ਪ੍ਰਕਾਸ਼ ਹੈ, ਆਨੰਦ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਜਾਗਿਆ ਹੋਇਆ ਹੈ। ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ। ਪਰਮਾਤਮਾ ਵਾਹਿਗੁਰੂ ਜੋ ਨਿਰੰਤਰ ਇੱਕ ਰਸ ਸਾਰਿਆਂ ਦੇ ਵਿੱਚ ਸਮਾਨ ਰਵ ਰਿਹਾ ਹੈ, ਪਰਿਪੂਰਨ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਸ ਵਾਹਿਗੁਰੂ ਦੇ ਵਿੱਚ ਸਹਿਜ ਸਮਾਧੀ ਆਪ ਜੀ ਦੀ ਲੱਗੀ ਹੋਈ ਹੈ ਹਮੇਸ਼ਾ ਹੀ। ਉਦਾਰੋ ਚਿਤ ਦਾਰਦ ਹਰਨ ਪਿਖੰਤੈ ਕਲਮਲ ਤਰਸਨ। ਆਪ ਜੀ ਸੱਚੇ ਪਾਤਸ਼ਾਹ ਬੜੇ ਉਦਾਰ ਚਿੱਤ ਹੋ। ਉਦਾਰ ਚਿੱਤ ਭਾਵ ਕੇ ਵੱਡੇ ਹਿਰਦੇ ਵਾਲੇ, ਵੱਡੇ ਜਿਗਰੇ ਵਾਲੇ, ਸਖੀ ਹੋ, ਸੂਮ ਨਹੀਂ ਹੋ। ਮਹਾਰਾਜ ਸਾਹਿਬ ਜੀ ਆਪ ਜੀ ਕਿਰਪਣ ਨਹੀਂ ਹੋ, ਬਹੁਤ ਆਪ ਜੀ ਦਾ ਹਿਰਦਾ ਖੁੱਲ੍ਹਾ ਹੈ। ਦਾਤਾਂ ਬੜੀਆਂ ਆਪ ਜੀ ਆਪਣੇ ਸੇਵਕਾਂ 'ਤੇ ਬਖਸ਼ਿਸ਼ਾਂ ਕਰਕੇ ਦਿੰਦੇ ਹੋ। ਦਾਰਦ ਹਰਨ, ਲੋਕਾਂ ਦੀ ਜਿਹੜੀ ਗਰੀਬੀ ਹੈ, ਦਲਿੱਦਰ ਹੈ, ਉਸ ਨੂੰ ਨਾਸ਼ ਕਰਨ ਵਾਲੇ ਹੋ ਆਪ ਜੀ। ਗਰੀਬੀ ਦੂਰ ਕਰਨ ਵਾਲੇ ਹੋ। ਜਿਹੜਾ ਆਪ ਜੀ ਦੇ ਕੋਲ ਆ ਜਾਂਦਾ ਉਹਦਾ ਦਾਰਦ, ਦੁੱਖ, ਗਰੀਬੀ ਸਾਰਾ ਕੁਝ ਖਤਮ ਕਰ ਦਿੰਦੇ ਹੋ। ਤੇ ਮਹਾਰਾਜ ਆਪ ਜੀ ਦੇ ਦਰਸ਼ਨ ਕਰਦਿਆਂ ਹੀ ਪਿਖੰਤੈ ਕਲਮਲ ਤਰਸਨ, ਪਾਪ ਜਿਹੜੇ ਨੇ ਨਾ ਇਹ ਆਪ ਜੀ ਦਾ ਦਰਸ਼ਨ ਕਰਦਿਆਂ ਹੀ ਮਹਾਰਾਜ ਸਾਹਿਬ ਜੀ ਡਰ ਡਰ ਭੱਜਦੇ ਹਨ। ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦੇ ਦਰਸ਼ਨਾਂ ਵਿੱਚ ਇੰਨੀ ਤਾਕਤ ਹੈ। ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੇ ਰਸਨ। ਭੱਟ ਕਲ ਜੀ ਆਪਣੀ ਜ਼ੁਬਾਨ ਤੋਂ ਕਹਿ ਰਹੇ ਨੇ, ਆਖ ਰਹੇ ਨੇ, ਹੇ ਭੱਟੋ ਤੁਸੀਂ ਸਾਰੇ ਜਾਣੇ ਰਲ ਕਰਕੇ ਸਦਾ ਹੀ ਸਤਿਗੁਰੂ ਸਾਹਿਬ ਜੀ ਦਾ ਸਦ ਰੰਗ ਸਹਿਜ ਕਲ ਉਚਰੈ, ਸਦਾ ਰੰਗ ਦੇ ਵਿੱਚ, ਪ੍ਰੇਮ ਰੰਗ ਦੇ ਵਿੱਚ ਮਗਨ ਹੋ ਕਰਕੇ ਸਹਿਜ ਸਹਿਜੇ ਸਹਿਜੇ ਆਨੰਦ ਦੇ ਨਾਲ, ਮਜ਼ੇ ਦੇ ਨਾਲ, ਮਨ ਦੇ ਚਾਅ ਦੇ ਨਾਲ ਲਹਿਣਾ ਭਾਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਜਿਹੜਾ ਪਾਵਨ ਜਸ ਹੈ ਇਹ ਆਪਣੀ ਜ਼ੁਬਾਨ ਤੋਂ ਜਪਣਾ ਕਰੋ, ਲੈਣਾ ਕਰੋ ਮਹਾਰਾਜ ਦੇ ਜਸ ਨੂੰ ਆਪਣੀ ਰਸਨਾ ਤੋਂ। ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਰੇ ਰੋਗਾਂ ਦੀ ਜਿਹੜੀ ਨਿਵਰਤੀ ਕਰਨ ਵਾਸਤੇ, ਦੁੱਖਾਂ ਨੂੰ ਦੂਰ ਕਰਨ ਵਾਸਤੇ ਜਿਹੜੀ ਔਖਦੀ ਨਾਮ ਹੈ ਨਾ ਦਵਾਈ, ਉਸ ਨੂੰ ਖਾਣਾ ਕੀਤਾ ਹੈ। ਨਾਮ ਜਿਹੜਾ ਆਧਾਰ ਹੈ, ਸਾਰਿਆਂ ਦਾ ਆਸਰਾ ਹੈ, ਉਹ ਗ੍ਰਹਿਣ ਕੀਤਾ ਹੋਇਆ ਹੈ। ਤੇ ਨਾਮ ਸਮਾਧ ਸੁਖ, ਸੁਖ ਸਰੂਪ ਪਰਮੇਸ਼ਰ ਦੇ ਨਾਮ ਦੇ ਵਿੱਚ ਆਪ ਜੀ ਨੇ ਸਮਾਧੀ ਲਗਾਈ ਹੋਈ ਹੈ। ਸਦਾ ਨਾਮ ਨਿਸ਼ਾਨ ਸੋ ਹੈ। ਤੇ ਆਪ ਜੀ ਦੇ ਦਰ ਘਰ ਦੇ ਵਿੱਚ, ਦਰਬਾਰ ਦੇ ਵਿੱਚ ਸਦਾ ਨਾਮ ਦਾ ਨਿਸ਼ਾਨ ਝੰਡਾ ਜਿਹੜਾ ਹੈ ਇਹ ਸ਼ੋਭਨੀਕ ਸ਼ੋਭ ਰਿਹਾ ਹੈ। ਭਾਵ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦੇ ਘਰ ਦੇ ਵਿੱਚ ਕੇਵਲ ਨਾਮ ਹੈ। ਨਾਮ ਰੂਪ ਦਵਾਈ ਹੈ, ਤੁਹਾਡੇ ਕੋਲ ਨਾਮ ਰੂਪ ਆਸਰਾ ਹੈ ਤੇ ਨਾਮ ਦੀ ਹੀ ਸਮਾਧੀ ਲਗਾਉਂਦੇ ਹੋ। ਨਾਮ ਹੀ ਆਪ ਜੀ ਦੇ ਘਰ ਦਾ ਨਿਸ਼ਾਨ ਹੈ, ਫਰਲਾ ਚੱਲ ਰਿਹਾ ਹੈ। ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ। ਉਸ ਨਾਮ ਦੇ ਰੰਗ ਦੇ ਵਿੱਚ ਮਹਾਰਾਜ ਸਾਹਿਬ ਜੀ ਆਪ ਜੀ ਹਮੇਸ਼ਾ ਹੀ ਨਾਮ ਦੇ ਵਿੱਚ ਆਪ ਜੀ ਰੱਤੇ ਹੋਏ ਹੋ, ਰੰਗ ਦੇ ਵਿੱਚ ਰੱਤੇ ਹੋਏ ਨਾਮ ਦੇ ਨਾਲ। ਤੇ ਭੱਟ ਸਾਹਿਬ ਕਹਿੰਦੇ ਨੇ ਕਲ ਨਾਮ ਹੈ ਸੁੰਦਰਤਾ ਦਾ। ਸੁੰਦਰ ਨਾਮ ਜਿਹੜਾ ਦੇਵਤਿਆਂ ਨੂੰ, ਮਨੁੱਖਾਂ ਨੂੰ ਮਹਾਰਾਜ ਸਾਹਿਬ ਜੀ ਕੀਰਤੀ ਰੂਪੀ ਬੋਹੈ ਸੁਗੰਧੀ ਸਹਿਤ ਕਰਨ ਵਾਲਾ ਹੈ। ਕਲ ਨਾਮ ਸੁਰ ਨਰੈ ਬੋਹੈ। ਕਲ ਸਾਧ ਸੰਗਤ ਸੁੰਦਰ ਨਾਮ ਸੁਰ ਨਰ ਮਨੁੱਖਾਂ ਤੇ ਦੇਵਤਿਆਂ ਨੂੰ ਬੋਹੈ ਸੁਗੰਧਿਤ ਕਰ ਰਿਹਾ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਨਾਮ ਹੈ। ਆਪ ਜੀ ਦੇ ਕੋਲੋਂ ਮਹਾਰਾਜ ਸਾਰੇ ਨਾਮ ਲੈ ਕਰਕੇ, ਬਖਸ਼ਿਸ਼ ਲੈ ਕਰਕੇ ਸੁਗੰਧੀ ਵਾਲੇ ਹੋ ਰਹੇ ਨੇ। ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ। ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਾਲ ਪਰਸਨਾ ਕੀਤਾ, ਭਾਵ ਕੇ ਮਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ ਹੈ, ਨਾਮ ਜਪਿਆ ਹੈ, ਨਾਮ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਉਹ ਫਿਰ ਕੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਭੱਟ ਸਾਹਿਬ ਕਹਿ ਰਹੇ ਨਾਮ ਪਰਸ ਜਿਨ ਪਾਇਓ, ਜਿਨ੍ਹਾਂ ਨੇ ਨਾਮ ਪਾ ਲਿਆ ਉਹ ਰਵ ਲੋਏ, ਸੂਰਜ ਤੱਕ। ਲੋਕਾਂ ਦਾ ਸਾਧ ਸੰਗਤ ਬਹੁਤ ਵਡਿਆਈ ਜਸ ਉਹਨਾਂ ਨੂੰ ਪ੍ਰਾਪਤ ਹੋਇਆ। ਜਿਵੇਂ ਸੂਰਜ ਜਿਹੜਾ ਹੈ ਇਹ ਪ੍ਰਗਟ ਹੁੰਦਾ ਹੈ, ਇਵੇਂ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਧਰਮ ਰੂਪੀ ਸੂਰਜ ਜਿਹੜਾ ਹੈ ਉਹ ਪ੍ਰਗਟ ਹੋ ਗਿਆ ਹੈ। ਉਹਨਾਂ ਨੂੰ ਰਵ ਲੋਏ,
ਸੂਰਜ ਲੋਕ ਤੱਕ ਉਹ ਪ੍ਰਗਟ ਹੋ ਗਏ ਹਨ। ਨਾਮ ਪ੍ਰਾਪਤ ਕਰਕੇ ਉਹਨਾਂ ਦੀ ਪ੍ਰਸਿੱਧੀ ਹੋ ਗਈ। ਜਿਨ੍ਹਾਂ ਨੂੰ ਆਪ ਜੀ ਕੋਲੋਂ ਨਾਮ ਮਿਲਿਆ ਹੈ ਮਹਾਰਾਜ ਸਾਹਿਬ, ਉਹ ਨਾਮ ਉਹਨਾਂ ਦਾ ਸੂਰਜ ਤੱਕ ਪ੍ਰਗਟ ਹੋ ਗਿਆ ਹੈ। ਦਰਸ਼ਨ ਪਰਸਿਐ ਗੁਰੂ ਕੈ 68 ਮੱਜਨ ਹੋਏ। ਪਾਟ ਕਾਲ ਜੀ ਕਹਿੰਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕਰਨ ਨਾਲ, ਪਰਸਨ ਕਰਨ ਨਾਲ 68 ਤੀਰਥਾਂ ਦਾ ਮੱਜਨ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ ਭਾਈ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਿਰਪਾ ਨਾਲ। ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਓ, ਸੱਚ ਸਦਾ ਸੱਚ ਪਾਖੰਤ ਸੋ ਹੈ। ਮਹਾਰਾਜ ਸਾਹਿਬ ਜੀ ਦਾ ਸੱਚ ਤੀਰਥ, ਸੱਚਾ ਨਾਮ ਹੀ ਆਪ ਜੀ ਦਾ ਤੀਰਥ ਹੈ, ਅਤੇ ਸੱਚ ਵਾਹਿਗੁਰੂ ਦੇ ਨਾਮ ਦਾ ਹੀ ਮਹਾਰਾਜ ਆਪ ਜੀ ਦਾ ਇਸ਼ਨਾਨ ਹੈ। ਅਭਿਆਸ ਕਰਦੇ ਹੋ ਨਾ ਪ੍ਰਮਾਤਮਾ ਦੇ ਨਾਮ ਦਾ, ਇਹੀ ਤੁਹਾਡਾ ਇਸ਼ਨਾਨ ਹੈ। ਅਤੇ ਅਰ ਭੋਜਨ ਭਾਓ, ਪਰਮਾਤਮਾ ਦੇ ਨਾਮ ਦਾ ਭਾਵ ਪ੍ਰੇਮ ਜਿਹੜਾ ਹੈ, ਇਹ ਤੁਸੀਂ ਭੋਜਨ ਛਕਦੇ ਹੋ। ਸਦਾ ਸੱਚ ਪਾਖੰਤ ਸੋ ਹੈ, ਅਤੇ ਹਮੇਸ਼ਾ ਮਹਾਰਾਜ ਸਾਹਿਬ ਜੀ ਆਪ ਜੀ ਪਰਮਾਤਮਾ ਦਾ ਜਿਹੜਾ ਨਾਮ ਕਹਿੰਦੇ ਰਹਿੰਦੇ ਹੋ। ਇਹੋ ਹੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਨਾਮ ਨੂੰ ਤੁਸੀਂ ਕਹਿੰਦੇ ਹੋ, ਕਥਨ ਕਰਦੇ ਹੋ, ਸੋਹੈ ਸ਼ੋਭਨੀਕ ਹੋ ਰਹੇ ਹੋ। ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਕੋਲੋਂ ਆਪ ਜੀ ਨੇ ਸੱਚਾ ਨਾਮ ਸ਼ਬਦ ਦੇ ਦੁਆਰਾ, ਉਪਦੇਸ਼ ਦੇ ਦੁਆਰਾ ਪ੍ਰਾਪਤ ਕਰ ਲਿਆ ਹੈ, ਅਤੇ ਸੱਚ ਨਾਮ ਸੰਗਤੀ ਬੋ ਹੈ। ਸੱਚੇ ਨਾਮ ਦੇ ਦੁਆਰਾ ਆਪ ਜੀ ਨੇ ਫਿਰ ਸੰਗਤਾਂ ਨੂੰ ਭਗਤੀ ਰੂਪ ਬੋਹੇ ਸੁਗੰਧੀ ਵਾਲਾ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਕੋਲੋਂ ਨਾਮ ਲੈ ਕਰਕੇ ਆਪ ਜੀ ਨੇ ਬਖਸ਼ਿਸ਼ ਦਾ ਭੰਡਾਰ ਸਿੱਖ ਸੰਗਤਾਂ ਨੂੰ ਬਖਸ਼ਿਸ਼ ਦੇਣਾ ਕਰ ਦਿੱਤਾ ਹੈ। ਜਿਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਨ। ਕਲ ਨਾਮੀ ਕਵੀ ਭੱਟ ਜੀ ਕਹਿੰਦੇ ਨੇ, ਜਿਸ ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦਾ ਸੰਜਮ ਕੀ ਹੈ, ਇਹ ਵੀ ਨਾਮ ਦਾ ਹੀ ਹੈ। ਵਰਤ ਕਾਹਦਾ ਹੈ ਮਹਾਰਾਜ ਸਾਹਿਬ ਜੀ, ਇਹ ਵੀ ਤੁਹਾਡਾ ਵਰਤ ਵੀ ਨਾਮ ਦਾ ਹੀ ਹੈ। ਵਰਤ ਵੀ ਤੁਸੀਂ ਨਾਮ ਦਾ ਹੀ ਰੱਖਦੇ, ਸੰਜਮ ਵੀ ਨਾਮ ਦਾ ਹੈ। ਦਰਸ਼ਨ ਪਰਸਿਐ ਗੁਰੂ ਕੈ, ਸੱਚ ਜਨਮ ਪ੍ਰਵਾਨ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕਰਨ ਨਾਲ ਮਨੁੱਖਾਂ ਦਾ ਜਿਹੜਾ ਜਨਮ ਹੈ ਸਾਧ ਸੰਗਤ ਤੋਂ ਸੱਚ ਨਿਸ਼ਚੇ ਕਰਕੇ ਪ੍ਰਵਾਨ ਸਫਲ ਹੋ ਜਾਂਦਾ ਹੈ। ਉਹ ਸੰਸਾਰ 'ਤੇ ਆਏ ਹੋਏ ਭੱਟ ਕਾਲ ਜੀ ਕਹਿੰਦੇ ਸਫਲ ਨੇ, ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਕਰ ਲਏ ਹਨ ਜੀ। ਇਹ ਸਾਧ ਸੰਗਤ 9 ਸਵਈਏ ਹੋ ਗਏ। ਇਹ ਜਿਹੜੇ ਸਵਈਏ ਨੇ ਇੱਥੋਂ ਤੱਕ ਭੱਟ ਕਾਲ ਜੀ ਨੇ ਕਹੇ, ਉਸ ਤੋਂ ਪਹਿਲਾਂ ਜਿਹੜੇ 4 ਸੀ ਉਹ ਕਲ ਸਹਾਰ ਜੀ ਨੇ ਕਹੇ ਸਨ, ਅਤੇ 5 ਜਿਹੜੇ ਭੱਟ ਕਲ ਜੀ ਨੇ ਕਹੇ, ਅਤੇ 1 ਸਵਈਆ ਜਿਹੜਾ ਹੈ ਉਹ ਭੱਟ ਟਲ ਜੀ ਕਹਿ ਰਹੇ ਨੇ ਮਹਾਰਾਜ ਸਾਹਿਬ ਦੀ ਪਾਵਨ ਪਵਿੱਤਰ ਉਸਤਤ ਸ਼ੁਭ ਵਡਿਆਈ ਦੇ ਵਿੱਚ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਜਿਸ ਉੱਪਰ ਵੀ, ਜਿਹੜੇ ਬੰਦੇ ਉੱਪਰ, ਮਨੁੱਖ ਉੱਪਰ ਆਪਣੀ ਸ਼ੁਭ ਜਿਹੜੀ ਦ੍ਰਿਸ਼ਟੀ, ਅੰਮ੍ਰਿਤ ਵਰਗੀ ਅੰਮ੍ਰਿਤ ਦ੍ਰਿਸ਼ਟੀ ਕਰ ਦਿੰਦੇ ਹੋ ਨਾ, ਸ਼ੁਭ ਕਿਰਪਾ ਦ੍ਰਿਸ਼ਟੀ ਕਰਦੇ ਹੋ, ਤਾਂ ਮਹਾਰਾਜ ਸਾਹਿਬ ਆਪ ਜੀ ਕੀ ਕਰਦੇ ਹੋ, ਉਸ ਦੇ ਜਿਹੜੇ ਰਾਗ ਦਵੈਸ਼ ਰੂਪੀ ਮੈਲ ਹੈ, ਅਵਿਦਿਆ ਦੀ ਮੈਲ ਹੈ, ਅਵਰਨ ਦੇ ਪੜਦੇ ਹਨ, ਅਗਿਆਨਤਾ ਹੈ, ਵਿਖੇਪ ਹੈ ਹਿਰਦਿਆਂ ਦੀ ਚੰਚਲਤਾਈ, ਇਹ ਸਾਰੇ ਮਹਾਰਾਜ ਸਾਹਿਬ ਜੀ ਸਕਲ ਮਲ ਸਾਰੇ ਪਾਪਾਂ ਦੇ ਨਾਸ਼ ਕਰ ਦਿੰਦੇ ਹੋ, ਅਤੇ ਹਿਰਦੇ ਦੀ ਮੈਲ ਵੀ ਆਪ ਜੀ ਸਤਿਗੁਰੂ ਖਤਮ ਕਰ ਦਿੰਦੇ ਹੋ। ਛੋਟੇ ਵੱਡੇ ਸਾਰੇ ਮਹਾਰੇ ਪਾਪ ਤੁਸੀਂ ਨਾਸ਼ ਕਰ ਦਿੰਦੇ ਹੋ। ਆਪ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜੀਵਾਂ ਦੇ ਹਿਰਦਿਆਂ ਨੂੰ ਸ਼ੁਭ ਕਰਦੀ ਹੈ, ਪਵਿੱਤਰ ਕਰਦੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸਾਰੇ ਬਲੀਆਂ ਨੂੰ ਆਪਣੇ ਵਿਵੇਕ ਗਿਆਨ ਦੇ ਬਲ ਦੁਆਰਾ ਆਪ ਜੀ ਨੇ ਵਸੀਕਾਰ ਕੀਤਾ ਹੈ, ਅਤੇ ਜਿਹਦੇ ਉੱਪਰ ਆਪ ਜੀ ਇਹ ਦ੍ਰਿਸ਼ਟੀ ਕਰ ਦਿੰਦੇ ਹੋ ਰਹਿਮਤ ਦੀ, ਸੱਚੇ ਪਾਤਸ਼ਾਹ ਨੂੰ ਕੀ ਪ੍ਰਾਪਤੀ ਹੁੰਦੀ ਹੈ, ਉਹ ਸਿੱਖ ਆਪ ਜੀ ਦੀ ਬਖਸ਼ ਦੇ ਸਦਕਾ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਾਰੀਆਂ ਤਾਕਤਵਰ ਇਹ ਬਲ ਵਾਲੀਆਂ ਸ਼ਕਤੀਆਂ ਕਾਮ ਆਦਿ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ। ਉਸ ਸਿੱਖ ਦੇ ਮਨ ਦੇ ਵਿੱਚ ਮਹਾਰਾਜ ਸਦਾ ਫਿਰ ਸੁੱਖ ਦਾ ਟਿਕਾਣਾ ਹੁੰਦਾ ਹੈ।
ਤੇ ਦੁੱਖ ਜਿਹੜੇ ਸੰਸਾਰਕ ਦੁੱਖ ਨੇ ਉਹਨਾਂ ਨੂੰ ਖੋਵੈ ਅਭਾਵ ਕਰ ਦਿੰਦਾ, ਦੁੱਖਾਂ ਦਾ ਨਾਸ਼ ਹੋ ਜਾਂਦਾ ਤੇ ਸੁੱਖਾਂ ਦਾ ਟਿਕਾਣਾ ਉਸ ਸਿੱਖ ਦੇ ਮਨ ਵਿੱਚ ਹੁੰਦਾ। ਕਿਹਦੇ ਉੱਪਰ? ਅੰਮ੍ਰਿ ਦ੍ਰਿਸ਼ਟ ਸ਼ੁਭ ਕਰੇ, ਜਿਹਦੇ ਉੱਪਰ ਆਪ ਜੀ ਅੰਮ੍ਰਿਤ ਵਰਗੀ ਸ਼ੁਭ ਜਿਹੜੀ ਦ੍ਰਿਸ਼ਟੀ ਹੈ ਇਹ ਕਰਦੇ ਹੋ ਮਹਾਰਾਜ। ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰੂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ 9 ਨਿਧੀਆਂ ਦੇ ਦਰਿਆਓ ਹਨ, ਖਜ਼ਾਨੇ ਹਨ ਮਹਾਰਾਜ ਸਾਹਿਬ ਜੀ, ਸਮੁੰਦਰ ਹਨ। ਗੁਰੂ ਸਾਹਿਬ ਜੀ ਸ਼ੁਭ ਗੁਣਾਂ ਦੇ ਦਰਿਆ ਹਨ, ਦਰਵੀ ਭੂਤ ਦਿਆਲੂ ਕਿਰਪਾਲੂ ਹਨ। ਤੇ ਜਨਮ ਹਮ ਕਾਲਖ ਧੋਵੈ, ਸਾਡੇ ਸਿੱਖਾਂ ਦੇ ਜਨਮਾਂ ਜਨਮਾਤਰਾਂ ਦੀ ਕਾਲਖ, ਤਮਾਮ ਅਨੇਕਾਂ ਪ੍ਰਕਾਰ ਦੇ ਦੁੱਖਾਂ ਨੂੰ, ਮੈਲ ਨੂੰ, ਪਾਪਾਂ ਨੂੰ ਮਹਾਰਾਜ ਧੋ ਦਿੰਦੇ ਹਨ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਯਜੁਰਵੇਦ ਦੇ ਅਵਤਾਰ ਟਲ ਨਾਮੀ ਭੱਟ ਨੇ ਕਿਹਾ, ਸੋ ਕਹੁ ਟਲ ਗੁਰ ਸੇਵੀਐ। ਨਾਲ ਦੇ ਭੱਟਾਂ ਨੂੰ ਕਹਿੰਦੇ ਨੇ, 16 ਜਾਣਿਆਂ ਨੂੰ, ਸਾਥੀਆਂ ਨੂੰ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਐਸੇ ਕਿਰਪਾਲੂ ਦਿਆਲੂ ਗਰੀਬ ਨਵਾਜ ਹਨ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਐਸਾ ਅੰਮ੍ਰਿਤ ਹੈ ਕਿ ਦ੍ਰਿਸ਼ਟੀ ਕਰਕੇ ਹੀ ਆਪਣੇ ਸੇਵਕਾਂ ਦੇ ਪਾਪਾਂ ਨੂੰ ਖਤਮ ਕਰ ਦਿੰਦੇ ਹਨ। ਮਹਾਰਾਜ ਸਾਹਿਬ ਜੀ ਨੂੰ ਅਹਨਿਸ ਦਿਨ ਰਾਤ ਹੀ ਸਤਿਗੁਰੂ ਸਾਹਿਬ ਜੀ ਨੂੰ ਸੁਤੇ ਸਿੱਧ ਸੁਭਾਵਕ ਹੀ ਯਾਦ ਕਰੋ, ਮਹਾਰਾਜ ਦਾ ਸਿਮਰਨ ਕਰੋ, ਸਤਿਗੁਰੂ ਸਾਹਿਬ ਦੀ ਸੇਵਾ ਕਰੀਏ। ਗੁਰ ਸੇਵੀਐ, ਸੇਵਾ ਕਰਨੀ ਚਾਹੀਦੀ ਗੁਰੂ ਸਾਹਿਬ ਜੀ ਦੀ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ, ਦਰਸ਼ਨ ਪ੍ਰਾਪਤ ਕਰਨ ਪਰਸਨ ਦੇ ਨਾਲ ਤੁਹਾਡੇ ਜੰਮਣ ਅਤੇ ਮਰਨ ਦੇ ਜਿਹੜੇ ਦੁੱਖ ਹਨ ਇਹ ਭਾਈ ਨਿਵਰਤ ਹੋ ਜਾਵਣਗੇ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਾਕਿਆ ਹੀ ਐਸੇ ਕਿਰਪਾਲੂ ਦਿਆਲੂ ਹਨ, ਗਰੀਬ ਨਵਾਜ ਹਨ ਕਿ ਸਤਿਗੁਰੂ ਸਾਹਿਬ ਦੀ ਪਾਵਨ ਪਵਿੱਤਰ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਸਤਿਗੁਰੂ ਆਪਣੇ ਸਿੱਖਾਂ ਨੂੰ ਨਿਹਾਲ ਕਰਦੇ ਨੇ, ਜੰਮਣ ਅਤੇ ਮਰਨ ਤੋਂ ਉਹ ਸਿੱਖ ਰਹਿਤ ਹੋ ਜਾਂਦੇ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਰਸਦੇ ਹਨ। ਮਹੱਲੇ